अस्सलाम वालेकुम, मैं हाँ तोरी होस्ट सोनिया मुल्तानी ते मेरे नाल बैठन अली हसनैन बिरा ते इत्थै मौजूद न रज़ा मुमताज़ साहब ते मेरी पूरी टीम जिंदे सारे रंग पंजाब दे तक नज़र आसन। जी अली बिरा, अज दा क्या टॉपिक है साडा? ਅੱਜ ਦਾ ਟੌਪਿਕ ਸਰ ਬੜਾ ਇੰਟਰਸਟਿੰਗ ਜਿਹਾ ਇੱਕ ਟੌਪਿਕ, ਬਲਕਿ ਇਹ ਦੱਸੋ ਕਿ ਆਪ ਬੀਤੀ ਤੁਹਾਨੂੰ ਦੱਸਣ ਲੱਗਾ ਵਾਂ ਮੈਂ। ਜੀ ਜੀ ਹਾਂ, ਇੱਕ ਹੁੰਦੀ ਹੱਡ ਬੀਤੀ, ਇੱਕ ਹੁੰਦੀ ਜਗ ਬੀਤੀ। ਜੀ ਜੀ ਤੁਸੀਂ ਜਗ ਬੀਤੀ ਨਹੀਂ, ਹੱਡ ਬੀਤੀ ਸੁਣੋ। हड भी हड बीती, क्या हड बीती या हड भी हड अच्छा हड्डियों से। ਹੱਡ ਬੀਤੀ। भी ਜਿਹੜੀ ਆਪਣੇ ਉੱਤੇ ਬੀਤੀ ਹੁੰਦੀ ਹੈ ਉਹ। ਸਰ ਮੈਨੂੰ ਇਤਫਾਕ ਹੋਇਆ ਇੱਕ ਮੁਸ਼ਾਇਰਾ ਅਟੈਂਡ ਕਰਨ ਦਾ, ਹੂੰ ਤੇ ਇਹ ਮੇਰੀ ਜ਼ਿੰਦਗੀ ਦਾ ਕੋਈ ਤੀਸਰਾ ਮੁਸ਼ਾਇਰਾ ਸੀ। ਸਾਡੀ ਯੂਨੀਵਰਸਿਟੀ ਇੱਕ ਇਵੈਂਟ ਹੋਇਆ ਤਾਂ ਉਹਨਾਂ ਨੇ ਬੁਲਾਇਆ, ਯੂਨੀਵਰਸਿਟੀ ਆਫ ਸਰਗੋਦਾ। ਪਹਿਲਾ ਮੁਸ਼ਾਇਰਾ ਮੈਂ ਅਟੈਂਡ ਕੀਤਾ ਸੀ ਵੈਨ ਆਈ ਵਾਜ਼ ਇਨ ਕਲਾਸ 3। ਹੁਣ ਤੀਸਰੀ ਕਲਾਸ ਦੇ ਬੱਚੇ ਨੂੰ ਕੀ ਪਤਾ ਕਿ ਮੁਸ਼ਾਇਰਾ ਕੀ ਹੁੰਦਾ, ਯਾਨੀ ਕਿ ਉੱਤੋਂ ਹੀ ਗੁਜ਼ਰ ਗਈਆਂ ਚੀਜ਼ਾਂ। ਫਿਰ ਸਰ ਮੈਂ ਅਟੈਂਡ ਕੀਤਾ ਜਦੋਂ ਮੈਂ 10ਵੀਂ ਕਲਾਸ ਵਿੱਚ ਸਾਂ। ਔਰ 10ਵੀਂ ਕਲਾਸ ਦਾ ਮੁੰਡਾ ਹੋਸ਼ 'ਚ ਹੁੰਦਾ, ਉਹਨੂੰ ਪਤਾ ਹੁੰਦਾ ਕਿ ਯਾਰ ਗੱਲਬਾਤ ਕੀ ਹੋ ਰਹੀ ਹੈ। ਫਿਰ ਮੇਰੇ ਇੱਕ ਟੀਚਰ ਸਨ ਕਾਸਿਮ ਰਾਜ ਸਾਹਿਬ, ਉਹ ਆਪ ਸ਼ਾਇਰੀ ਕਰਦੇ ਸਨ, ਰਾਜ ਤਖੱਲੁਸ ਸੀ ਉਹਨਾਂ ਦਾ। ਤੇ ਮੈਨੂੰ ਸਮਝ ਆਇਆ ਕਿ ਯਾਰ ਮੁਆਸ਼ਰੇ ਦੇ ਉੱਤੇ ਗੱਲ ਹੋ ਰਹੀ ਹੈ, ਕੋਈ ਕੰਸਟਰਕਟਿਵ ਗੱਲ ਹੋ ਰਹੀ ਹੈ, ਪੋਜ਼ੀਟਿਵ ਗੱਲਾਂ ਹੋ ਰਹੀਆਂ ਨੇ। ਜਿਹੜਾ ਇਹ ਹੁਣ ਮੈਂ ਸੁਣਿਆ ਨਾ ਮੁਸ਼ਾਇਰਾ, ਸਰ ਮੈਨੂੰ ਮਾਜ਼ਰਤ ਦੇ ਨਾਲ ਕਹਿਣਾ ਪਿਆ ਕਿ ਇੰਤਹਾਈ ਗਿਰਾਵਟ ਦਾ ਸ਼ਿਕਾਰ ਹੋ ਗਿਆ। ਮਤਲਬ ਕਿ ਬਿਸਤਰ ਦੀ ਸਿਲਵਟੇਂ ਤੇ ਮਹਿਬੂਬ ਕੀ ਜ਼ੁਲਫ ਤੇ ਰੁਖਸਾਰ ਤੋਂ ਬਾਅਦ ਕਿ ਕੋਈ ਗੱਲ ਨਹੀਂ ਕੀਤੀ ਕਿਸੇ ਨੇ। ਤੇ ਮੈਂ ਸੋਚ ਰਿਹਾ ਸਾਂ ਕਿ ਯਾਰ ਅਸੀਂ ਕਿਹੜੇ ਪਾਸੇ ਟੁਰ ਗਏ। ਯਾਨੀ ਕਿ ਜਦੋਂ ਅਸੀਂ ਵੱਡੇ ਹੋ ਰਹੇ ਹਾਂ, ਹੁਣ ਮੈਂ ਮਿਸਾਲ ਦਿਆਂ, ਮੈਂ ਆਪਣੇ ਬਜ਼ੁਰਗਾਂ ਕੋਲ ਮਿਸਾਲ ਸੁਣਾਂਗਾ। ਜਾਂ ਆਫਤਾਬ ਸਾਹਿਬ ਅਕਸਰ ਦੱਸਦੇ ਨੇ, ਮੁਨੀਰ ਨਿਆਜ਼ੀ ਸਾਹਿਬ, ਫੈਜ਼ ਸਾਹਿਬ, ਫਰਾਜ਼ ਸਾਹਿਬ, ਅਬੀਬ ਜਾਲੇ ਸਾਹਿਬ, ਵੱਡੇ ਵੱਡੇ, ਅਮਜਦ ਸਾਹਿਬ, ਵੱਡੇ ਵੱਡੇ ਨਾਮ। ਇਕਬਾਲ ਗਾਲਿਬ ਤੇ ਖੈਰ ਬਹੁਤ ਉਤਲੀ ਗੱਲ ਹੈ ਨਾ, ਵੱਡੇ ਨਾਮ। ਤੇ ਅੱਜ ਕੱਲ੍ਹ ਜਿਹੜੇ ਨਵੇਂ ਸ਼ੋਰਾ ਕਰਾਮ ਆ ਰਹੇ ਨੇ, ਅਸੀਂ ਆਪਣੇ ਬੱਚਿਆਂ ਨੂੰ ਮਤਲਬ ਆਉਣ ਵਾਲੀ ਫਿਊਚਰ ਨੂੰ ਦੱਸਣ ਵਾਸਤੇ ਮੇਰੇ ਕੋਲ ਕੋਈ ਵੱਡਾ ਨਾਮ ਨਹੀਂ ਹੈ। ਮੈਂ ਕੀ ਕਹਾਂਗਾ ਯਾਰ ਮੇਰੇ ਬਜ਼ੁਰਗਾਂ ਦੇ ਦੌਰ 'ਚ ਲੋਕ ਸਨ, ਇਹਦੀ ਕੀ ਵਜ੍ਹਾ ਕੀ ਹੈ? ਦੇਖੋ ਸਰ, ਜਦੋਂ ਸੁਸਾਇਟੀ ਜਿਹੜੀ ਹੈ ਖ਼ਤਮ ਹੋਣ ਦੇ ਕਰੀਬ ਹੁੰਦੀ ਹੈ ਜਾਂ ਵਿਗੜਦੀ ਹੈ, ਤੇ ਫਿਰ ਵੱਡੇ ਆਦਮੀ ਪੈਦਾ ਹੋਣੇ ਬੰਦ ਹੋ ਜਾਂਦੇ ਨੇ। ਸਹੀ। ਧਰਤੀ ਜਦੋਂ ਬਾਂਝ ਹੁੰਦੀ ਹੈ ਤੇ ਕੋਖਾਂ ਵੀ ਬਾਂਝ ਹੋ ਜਾਂਦੀਆਂ। ਵਾਹ ਵਾਹ, ਠੀਕ ਹੈ। ਵਾਹ। ਹੁਣ ਉਹ ਮਾਵਾਂ ਨਹੀਂ ਜਿਹੜੀ ਗਾਲਬ ਨੂੰ ਜੰਮਣਗੀਆਂ ਜਾਂ ਮੀਰ ਨੂੰ ਜੰਮਣਗੀਆਂ ਜਾਂ ਇਕਬਾਲ ਨੂੰ ਜੰਮਣਗੀਆਂ, ਉਹਨੂੰ ਉਸਤਾਦ ਨਹੀਂ ਕਿ ਜਿਹੜੇ ਗਾਲਿਬ ਨੂੰ ਪੜ੍ਹਾਉਣਗੇ, ਠੀਕ ਹੈ, ਜਿਹੜੇ ਫੈਜ਼ ਨੂੰ ਪੜ੍ਹਾਉਣਗੇ। ਉਹਨੂੰ ਪ੍ਰੋਫੈਸਰ ਆਰਨਲਡ ਕੋਈ ਨਹੀਂ, ਸੂਫੀ ਤਬਸਮ ਕੋਈ ਨਹੀਂ, ਠੀਕ ਹੈ, ਹੁਣ ਆਬਿਦ ਅਲੀ ਆਬਿਦ ਕੋਈ ਨਹੀਂ, ਠੀਕ ਹੈ ਨਾ ਜੀ। ਇਹਦੇ ਲਈ ਉਸਤਾਦਾਂ ਦੀ ਤਰਬੀਅਤ ਬਹੁਤ ਜ਼ਰੂਰੀ ਹੈ। ਬਿਲਕੁਲ ਹੀ ਮੈਂ, ਠੀਕ ਹੈ ਜੀ। ਔਰ ਇਹਦੇ ਲਈ ਤੁਹਾਡੇ ਕਾਲਜ ਦੀ ਤਰਬੀਅਤ, ਤੁਹਾਡਾ ਰੁਝਾਨ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ। ਤੁਹਾਡੇ ਹੁਣ ਲੋਕ ਪਬਜੀ ਖੇਡ ਕੇ ਇੰਡੀਆ ਚਲੇ ਜਾਂਦੀਆਂ ਨੇ ਕੁੜੀਆਂ, ਠੀਕ ਹੈ ਨਾ ਜੀ। ਤੇ ਤੁਸੀਂ ਕੀ ਮਤਲਬ ਤਵੱਕੋ ਰੱਖਦੇ ਹੋ ਹੁਣ ਆਉਣ ਵਾਲੀ ਨਸਲ ਤੋਂ? ਪਹਿਲੇ ਜਿਹੜੇ ਸ਼ਾਇਰਾਂ ਦਾ ਤੁਸੀਂ ਨਾਮ ਲੈ ਰਹੇ ਹੋ ਨਾ ਹਸਨੈਨ ਭਾਈ, ਉਹ ਇੱਕ ਬਕਾਇਦਾ ਸ਼ੇਰ ਦੇ ਵਿੱਚ ਪੂਰੀ ਗੱਲ ਦਾ ਮਜ਼ਮੂਨ ਸਮਝਾ ਜਾਂਦੇ ਸਨ। ਜੀ ਬਿਲਕੁਲ। ਤੇ ਅੱਜ ਕੱਲ੍ਹ ਦੀ ਸ਼ਾਇਰੀ ਜੇ ਇਜਾਜ਼ਤ ਹੋਵੇ ਤੇ ਮੈਂ ਤੁਹਾਨੂੰ ਅੱਜ ਕੱਲ੍ਹ ਦੀ ਸ਼ਾਇਰੀ ਦੇ ਹਿਸਾਬ ਨਾਲ ਸੁਣਾਵਾਂ ਇੱਕ ਗੱਲ। ਤੁਸੀਂ ਆਪ ਹੀ ਕਹੋਗੇ ਵੀ ਇਹ ਕੀ ਹੈ, ਲੇਕਿਨ ਇਹ ਗੱਲ ਅੱਜ ਕੱਲ੍ਹ ਚੱਲ ਰਹੀ ਹੈ ਕਿ ਤੂੰ ਮੇਰੀ ਹੈ ਜਾਂ ਗੈਰ ਦੀ ਹੈ, ਸਿੱਧੀ ਗੱਲ ਕਰ ਛੋੜ ਮਖੌਲ ਹੈ। ਮੈਨੂੰ ਅੱਗੇ ਤਰ੍ਹਾਂ ਛੋੜ ਤਾਂ ਨਾ, ਵੈਸੇ ਰਹਿੰਦਾ ਦਿਲ ਵਿੱਚ ਹਰ ਦਾ ਮਾਹੌਲ ਹੈ। ਤੈਨੂੰ ਸ਼ੇਰ ਤੇ ਗਿੱਦੜ ਦੀ ਪਰਖ ਵੀ ਕੋਈ ਨਹੀਂ, ਤੇਰਾ ਬਿਲਕੁਲ ਗਲਤ ਮਾਹੌਲ ਹੈ। ਹਰ ਹਫਤੇ ਰੇਟ ਵਧਾ ਲੈਣੀ ਹੈ, ਤੇਰਾ ਪਿਆਰ ਹੈ ਜਾਂ ਪੈਟਰੋਲ ਹੈ। ਅੱਲਾ ਦੀਆਂ ਪੈਨਸਲਾਂ ਚੋਂ ਸਿਆਹੀ ਮੁਕਾਏ ਜਿਹੜਾ ਇੰਜ ਲਿਖ ਰਿਹਾ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਮੁਆਸ਼ਰਾ ਖਤਮ ਹੋ ਰਿਹਾ, ਡਿਕਲਾਈਨ ਦੀ ਤਰਫ ਜਾ ਰਿਹਾ। ਹੁਣ ਵੇਖੋ, ਜਿਹਦੇ ਮੈਂ ਸ਼ੋਰਾ ਕਰਾਮ ਦਾ ਨਾਂ ਲਿਆ, ਅਸੀਂ ਜ਼ਿਆਦ ਦੌਰ ਦੀ ਗੱਲ ਕਰ ਲਈਏ ਜੀ। ਜ਼ਿਆਦ ਦੌਰ ਸਰ ਵੇਖੋ ਸ਼ੋਰਾ ਕਰਾਮ ਨਾਲ ਕੀ ਹੋਇਆ, ਫਰਾਜ਼ ਸਾਹਿਬ ਨਾਲ, ਫੈਜ਼ ਸਾਹਿਬ ਨਾਲ ਕੋੜੇ ਤੱਕ ਮਾਰੇ ਗਏ। ਹਾਲਾਂਕਿ ਸਰ ਮੈਂ ਸੁਣਿਆ ਹੈ, ਯਾਨੀ ਕਿ ਜ਼ਾਹਿਰ ਜਾਂ ਪੜ੍ਹਿਆ ਵੀ ਹੈ ਕਿ ਜਦੋਂ ਬਾਦਸ਼ਾਹ ਦੇ ਦਰਬਾਰ 'ਚ ਹੀ ਅਗਰ ਆਏ ਨਾ ਤੇ ਬਾਦਸ਼ਾਹ ਖੜਾ ਹੋ ਗਿਆ ਕਿ ਯਾਰ ਉਸਤਾਦ ਆ ਗਿਆ। ਲੇਕਿਨ ਮੈਂ ਇਸ ਤੇ ਗੱਲ ਕਰਾਂਗਾ ਜੀ। ਸਾਡੇ ਇੱਕ ਬਾਦਸ਼ਾਹ ਸਨ ਜਿਨ੍ਹਾਂ ਦੇ ਨਾਲ ਸੀ ਸੁਲਤਾਨ ਮਹਿਮੂਦ ਗਜ਼ਨਵੀ, ਇੱਕ ਹੀ ਸਭ में खड़े हो गए महमूद अयाज। उन्होंने 17 हमले ਕੀਤੇ ਹਿੰਦੁਸਤਾਨ ਤੇ, ਬਹੁਤ ਸਾਰਾ ਸੋਨਾ ਲੁੱਟ ਕੇ ਲੈ ਕੇ ਗਏ। ਸੋਮਨਾਥ ਦਾ ਬੰਦਰ, ਤਾਰੀਖ ਕੁਛ ਕਵੇ ਲੇਕਿਨ ਹਕੀਕਤਾਂ ਹੋਰ ਨੇ। ਉਹ ਜਦੋਂ ਆਪਣੇ ਦਰਬਾਰ 'ਚ ਬੈਠੇ ਸੀ ਤੇ ਫਿਰਦੌਸੀ, ਉਹਨਾਂ ਨੂੰ ਪਤਾ ਸੀ ਕਿ ਮਤਲਬ ਉਹਨਾਂ ਨੇ ਸੁਣਿਆ ਸੀ ਕਿ ਬਾਦਸ਼ਾਹ ਜਿਹੜੇ ਨੇ ਸ਼ਾਇਰਾਂ ਨੂੰ ਸਰਪ੍ਰਸਤੀ ਕਰਦੇ ਨੇ। ਉਹਨਾਂ ਨੇ ਫਿਰਦੌਸੀ ਨੂੰ ਕਿਹਾ ਕਿ ਸ਼ਾਹਨਾਮਾ ਇਸਲਾਮ ਲਿਖ, ਇਸਲਾਮ ਦੇ ਉੱਤੇ ਮਨਜ਼ੂਮ, ਤੇ ਇੱਕ ਸ਼ੇਰ ਦੀ ਮੈਂ ਤੈਨੂੰ ਇੱਕ ਅਸ਼ਰਫੀ ਦੇਵਾਂਗਾ ਸੋਨੇ ਦੀ। ਸਹੀ। ਫਿਰਦੌਸੀ ਵੀ ਐਸਾ ਜ਼ੂਦਗੋ ਸ਼ਾਇਰ ਸੀ, ਉਹਨੇ 60,000 ਸ਼ੇਰ ਲਿਖ ਦਿੱਤਾ। ਵਾਹ। ਠੀਕ ਹੈ। ਤੇ ਸੁਲਤਾਨ ਮਹਿਮੂਦ ਗਜ਼ਨਵੀ ਚੂੰਕਿ ਬਾਦਸ਼ਾਹ ਨਹੀਂ ਸੀ, ਲੁਟੇਰੇ ਤੋਂ ਬਾਦਸ਼ਾਹ ਬਣਿਆ, ਉਹ ਮੁੱਕਰ ਗਿਆ। ਉਹਨੇ ਕਿਹਾ ਕੋਈ ਪੈਸੇ ਨਹੀਂ, ਫਿਰਦੌਸੀ ਚਲਾ ਗਿਆ। ਕੁਛ ਲੋਕਾਂ ਨੇ ਉਹਨੂੰ ਕੁਛ ਅਰਸੇ ਬਾਅਦ 6 ਮਹੀਨੇ ਸਾਲ ਬਾਅਦ ਕਿਹਾ ਕਿ ਬਾਦਸ਼ਾਹ ਸਲਾਮਤ, ਬਾਦਸ਼ਾਹਾਂ ਦੀ ਸ਼ਾਨ ਨਹੀਂ ਹੁੰਦੀ, ਤੁਸੀਂ ਕਮਿਟਮੈਂਟ ਕੀਤੀ ਸੀ, ਉਹ ਸ਼ਾਇਰ ਆਦਮੀ ਹੈ ਤੇ ਉਹਨੂੰ 60,000 ਅਸ਼ਰਫੀ ਭੇਜੋ। ਉਹਨੇ ਜਦੋਂ ਭੇਜੀ ਤੇ ਫਿਰਦੌਸੀ ਦਾ ਜਨਾਜ਼ਾ ਆ ਰਿਹਾ ਸੀ। ਤੇ ਇਹ ਬਹੁਤ ਸਾਰੇ ਮਿਸਾਲਾਂ ਐਸੀਆਂ ਮਿਲਦੀਆਂ ਨੇ ਕਿ ਇਨਸਾਫ ਨਹੀਂ ਹੋਇਆ, ਨਾ ਆਲਿਮ ਨਾਲ ਹੋਇਆ, ਨਾ ਫਾਜ਼ਿਲ ਨਾਲ ਹੋਇਆ। ਠੀਕ ਹੈ ਜੀ। ਅੱਛਾ, ਮੁਸ਼ਾਇਰੇ ਦੀ ਗੱਲ ਹੋਈ ਤੇ ਮੈਂ ਆਪਣਾ ਪਹਿਲਾ ਮੁਸ਼ਾਇਰਾ ਦੱਸਾਂ। ਤੁਸੀਂ ਤਾਂ ਮਾਸ਼ਾਅੱਲਾ ਤੀਸਰੀ ਜਮਾਤ ਸੁਣਿਆ, ਮੈਂ ਫਸਟ ਈਅਰ 'ਚ ਸੁਣਿਆ ਜੀ ਮੁਸ਼ਾਇਰਾ। ਵਾਬਡਾ ਆਡੀਟੋਰੀਅਮ ਹੁੰਦਾ ਸੀ ਜੀ, ਉੱਥੇ ਉਹ ਮੁਸ਼ਾਇਰਾ ਹੋਇਆ। ਤੇ ਉਹ ਮੁਸ਼ਾਇਰਾ ਪੜ੍ਹਨ ਵਾਲੇ ਕੌਣ ਸੀ?
ਸਟੇਜ ਤੇ ਮੈਂ ਦੇਖਿਆ ਔਰ ਪਹਿਲੀ ਦਫਾ ਮੈਂ ਦੇਖਿਆ ਨੇ ਲੋਕ ਅਹਿਮਦ ਨਦੀਮ ਕਾਸਮੀ, ਵਾਹ 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 ਅਹਿਮਦ ਫਰਾਜ਼, ਵਾਹ ਜ਼ਫਰ ਇਕਬਾਲ, ਕੀ ਬਾਤ ਕਲੀਮ ਉਸਮਾਨੀ, ਸੈਫੁद्दीन, ਠੀਕ ਹੈ ਜੀ, ਤਫੈਲ ਹੁਸ਼ਿਆਰਪੁਰੀ, ihsan दानिश, ਵਾਹ ਇੱਕ ਤੋਂ ਇੱਕ ਨਗੀਨਾ, ਇੱਕ ਤੋਂ ਇੱਕ ਸਿਤਾਰਾ ਮੈਂ ਉਸ ਵਕਤ ਸੁਣਿਆ। ਵਾਹ ਸਹੀ। ਵਾਹ ਠੀਕ ਹੈ ਨਾ ਜੀ। ਦੇਖੋ ਆਮਰੀਅਤ ਨੂੰ ਅਸੀਂ ਰਿਵਾਜਨ ਬਹੁਤ ਬੁਰਾ ਸਮਝਦੇ ਹਾਂ। ਆਮਰੀਅਤ ਬਾਜ਼ ਔਕਾਤ ਠੀਕ ਵੀ ਹੁੰਦੀ ਹੈ। ਸਹੀ ਅੰਗਰੇਜ਼ ਦੀ ਆਮਰੀਅਤ ਸੀ, ਲੇਕਿਨ ਤਰੱਕੀ ਦੇਖ ਲਓ ਕਿ ਸ਼ਫਾਖਾਨੇ ਹਸਪੀਟਲ ਵੀ ਬਣ ਗਏ, ਮੁਗਲਾਂ ਨੇ ਕੋਈ ਨਹੀਂ ਬਣਾਇਆ ਸੀ। ਇਸ ਤਰ੍ਹਾਂ ਹੀ ਹੈ ਰੇਲਵੇ ਟਰੈਕ ਵੀ ਬਣ ਗਿਆ, ਤੁਹਾਡਾ ਦੁਨੀਆ ਦਾ ਸਭ ਤੋਂ ਵੱਡਾ ਨਹਿਰੀ ਨਿਜ਼ਾਮ ਵੀ ਅੰਗਰੇਜ਼ ਨੇ ਦਿੱਤਾ। ਬੇਸ਼ੱਕ ਅਗਰ ਅਸੀਂ ਕੋਰੀਆ ਚਲੇ ਜਾਏ ਤਾਂ ਮਿਸਟਰ ਬਾਰਕ, ਉਹਨਾਂ ਦਾ ਇੱਕ ਪ੍ਰੈਜ਼ੀਡੈਂਟ ਜਿਹਨੇ 27-28 ਸਾਲ ਹੁਕੂਮਤ ਕੀਤੀ ਔਰ ਬਾਅਦ 'ਚ ਉੱਥੇ ਦੀ ਇੰਟਰ ਸਰਵਿਸਿਜ਼ ਨੇ ਉਹਨੂੰ ਮਾਰ ਦਿੱਤਾ, ਲੇਕਿਨ ਉਹਨੇ ਸਾਊਥ ਕੋਰੀਆ ਨੂੰ ਯੂਰਪ ਦੇ ਬਰਾਬਰ ਲਾ ਕੇ ਖੜਾ ਕਰ ਦਿੱਤਾ। ਵਾਹ ਸਹੀ। ਮਿਸਟਰ ਲੀ ਦੀ ਮਿਸਾਲ ਦੇਖ ਲਓ ਤੁਸੀਂ ਸਿੰਗਾਪੁਰ 'ਚ, ਕਿ ਉਹਦੀ ਆਮਰੀਅਤ 'ਚ ਸਿੰਗਾਪੁਰ ਇੱਕ ਦੁਨੀਆ ਦੀ ਜਦੀਦ ਤਰੀਨ ਬਸਤੀ 'ਚ ਤਬਦੀਲ ਹੋ ਗਿਆ, ਜਦੀਦ ਤਰੀਨ ਮੁਲਕ 'ਚ ਇੱਕ ਮਛੇਰਿਆਂ ਦੀ ਬਸਤੀ। ਅਯੂਬ ਦੀ ਆਮਰੀਅਤ ਕਹਿੰਦੇ ਨੇ ਕਿ ਬਿਹਤਰ ਸੀ, ਤਰੱਕੀ ਹੋ ਰਹੀ ਸੀ। ਆਮਰੀਅਤ ਹਰ ਬੁਰੀ ਨਹੀਂ ਹੁੰਦੀ, ਔਰ ਜ਼ਿਆਦਾ ਦੁਨੀਆ ਦੀ ਤਰੱਕੀ ਆਮਰੀਅਤ ਨਾ ਹੋਈ ਹੈ। ਉਹ ਸਾਡਾ ਲੇਕਿਨ ਆਖਰੀ ਜ਼ਿਆਉਲ ਹੱਕ ਦਾ ਜਿਹੜਾ ਦੌਰ ਸੀ ਉਹ ਸਿਰਫ ਇੱਕ ਆਮਰੀਅਤ ਨਹੀਂ ਸੀ, ਉਹ ਇੱਕ ਯਜ਼ੀਦੀ ਦੌਰ ਸੀ। ਜੇ ਇੱਕ ਮੁਆਸ਼ਰਾ ਵੀ ਖਤਮ ਹੋਇਆ, ਰਵਾਇਤ ਵੀ ਖਤਮ ਹੋਈ, ਈਵਨ ਲਿਬਾਸ ਖਤਮ ਹੋਏ, ਫਿਲਮ ਇੰਡਸਟਰੀ ਖਤਮ ਹੋਈ, ਪੇਂਟਿੰਗ ਖਤਮ ਹੋਈ, ਸਕਲਪਚਰ ਖਤਮ ਹੋਇਆ, ਔਰ ਔਰਤ ਜਿਹੜੀ ਇੱਕ ਟੈਬੂ ਬਣਾ ਕੇ ਰੱਖ ਦਿੱਤੀ, ਜੈਂਡਰ ਦਾ ਇੱਕ ਫਰਕ ਪਾਤਾ। ਠੀਕ ਹੈ, ਤੁਸੀਂ ਦੇਖੋ ਕਿ ਦੁਨੀਆ ਦੀ ਪਹਿਲੀ ਫਿਲਮ ਇੰਡਸਟਰੀ ਹੈ ਜਿਹਦੇ ਬਾਰੇ ਜ਼ਿਆਉਲਾ ਕਹਿੰਦਾ ਹੈ ਕਿ ਜਨਾਬ तमाम ਪ੍ਰੋਡਿਊਸਰਸ ਫਿਲਮ ਬਣਾਉਣ ਵਾਲੇ ਆਪਣੀ ਰਜਿਸਟ੍ਰੇਸ਼ਨ ਕਰਾਉਣ, ਪਤਾ ਚੱਲੇ ਕਿ ਮੁਸਲਮਾਨ ਹੈ ਨੇ ਕਿ ਨਹੀਂ, ਔਰ ਇਹ ਮੁਹਿੱਬੇ ਵਤਨ ਹੈ ਕਿ ਨਹੀਂ। ਇਹ ਸਿਰਫ ਉਹਦੀ ਆਮਰੀਅਤ ਦਾ ਇੱਕ ਅੰਦਾਜ਼ ਸੀ। ਠੀਕ ਹੈ, ਉਹਨੇ ਰਵਾਇਤ ਤੋੜ ਦਿੱਤੀਆਂ, ਉਹਨੇ ਬਹੁਤ ਸਾਰੇ ਸਿਸਟਮ ਇੱਥੋਂ ਖਤਮ ਕਰ ਦਿੱਤੇ। ਮੁਸ਼ਾਇਰੇ ਦੀ ਰਵਾਇਤ ਉਹਦੀ ਨਜ਼ਰ ਹੋਈ, ਫਿਲਮ ਇੰਡਸਟਰੀ ਉਹਦੀ ਨਜ਼ਰ ਹੋਈ, ਔਰ ਵਾਹਿਦ ਇੱਕ ਆਮਿਰ ਸੀ ਜਿਹਨੇ ਕਦਗਨ ਲਾਤੀ ਕਿ ਜੋ ਸਟੇਟ ਕਹੇਗੀ ਉਹ ਤੁਸੀਂ ਪਾਓਗੇ। ਤੁਸੀਂ ਦੇਖ ਲਓ ਉਸ ਜ਼ਮਾਨੇ ਦੀ ਹੀਰੋਇਨਾਂ ਉਹ ਦੁਪੱਟੇ ਲਾ ਕੇ ਨਿਊਜ਼ ਪੜ੍ਹੀ ਜਾ ਰਹੀ ਹੈ, ਠੀਕ ਹੈ, ਸ਼ੇਰਵਾਨੀ ਪਾਤੀ, ਵਾਸਕਟ ਪਵਾਤੀ, ਠੀਕ ਹੈ ਜੀ। ਔਰ ਉਹਨੇ ਕਿਹਾ ਕਿ ਜੋ ਸਟੇਟ ਕਹੇਗੀ ਉਹ ਖਾਓਗੇ ਤੁਸੀਂ, ਜੋ ਸਟੇਟ ਕਹੇਗੀ ਉਹ ਪੀਓਗੇ, ਜੋ ਸਟੇਟ ਕਹੇਗੀ ਉਹ ਤੁਸੀਂ ਤਫਰੀਹ ਕਰੋਗੇ। ਸਹੀ। ਪਬ ਕਲਚਰ ਖਤਮ ਹੋ ਗਿਆ ਸਰ। ਬੁਰਾ ਹੈ ਜਾਂ ਅੱਛਾ ਹੈ ਮੇਰੇ ਇਹਦਾ ਨਹੀਂ ਮਸਲਾ। ਨਾਈਟ ਕਲੱਬ, ਤੁਹਾਡੀ ਨਾਈਟ ਲਾਈਫ ਹੀ ਕੋਈ ਨਹੀਂ ਹੋ। ਬਹੁਤ ਹੀ ਤੋਂ ਜ਼ਿਆਦਾ ਨਾਈਟ ਲਾਈਫ ਤੁਹਾਡੀ ਕੀ ਹੈ ਕਿ ਸਰਦੀਆਂ 'ਚ ਇੱਕ ਨਵੀਂ ਜਿਹਦੀ ਸ਼ਾਦੀ ਹੋਈ ਹੁੰਦੀ ਕਪਲ ਦੀ, ਉਹ ਸਦੀਕ ਦੀ ਮੱਛੀ ਖਵਾਉਣ ਲੈ ਜਾਂਦਾ ਬੀਵੀ ਨੂੰ, ਇਸ ਤੋਂ ਇਲਾਵਾ ਤੁਹਾਡੇ ਕੋਲ ਕੁਛ ਨਹੀਂ। ਤੁਹਾਡਾ ਅੱਧਾ ਪਾਕਿਸਤਾਨ ਕਾਨੂੰਨੀ 'ਚ ਬਦਲ ਗਿਆ, ਅੱਧਾ ਪਾਕਿਸਤਾਨ ਫੂਡ ਸਟਰੀਟ ਬਣ ਗਿਆ। ਖਾਓ ਤੇ ਐਸ਼ ਕਰੋ। ਸਰ ਜੀ ਤੁਸੀਂ ਇਹ ਗੱਲ ਕਰਨੇ ਪਿਓ ਨਾ, ਮਨ ਖਿਆਲ ਆ ਰਿਹਾ ਕਿ ਹਬੀਬ ਜਾਲਬ ਸਾਹਿਬ ਨੇ ਕਿਤਨਾ ਕਰਬ ਵਿੱਚ ਲਿਖਿਆ ਸੀ ਕਿ ਇਸ ਦਸਤੂਰ को सुबह बेनूर को मैं नहीं मानता, मैं नहीं मानता। ਵੈਸੇ ਉਹ ਅਯੂਬ ਦੇ ਬਾਰੇ ਸੀ ਜਦੋਂ ਉਹਨੇ ਦਸਤੂਰ ਦਿੱਤਾ ਸੀ, ਔਰ ਅਯੂਬ ਖਾਨ ਦੀ ਉਸ ਦਸਤੂਰ ਦੀ ਜਿਹੜੀ ਡਰਾਫਟਿੰਗ ਹੈ ਉਲਤਾਫ ਗੌਹਰ ਨੇ ਕੀਤੀ ਸੀ, ਔਰ ਪਬਲਿਕ ਨੂੰ ਇਹ ਕਿਹਾ ਗਿਆ ਸੀ कि फील्ड मार्शल सदर मोहम्मद अयूब खान की तरफ से आप पर ये दस्तूर नाजिल किया जाता है, तारीख गवाह है। उसने ने किया सी, लेकिन उन्होंने ज़ियाउल हक ने किया सी हबीब जालब ने कि जुल्मत को ज़िया सर को सबा मैं नहीं मानता। ठीक है ना जी। और वो मज़ामती शायरी करता सी और उन्हें मतलब एहतजाज किया, बहुत सारे लोगों ने किया, फैज़ ने एहतजाज किया, फराज ने एहतजाज किया। ठीक है जी। और ਹਬੀਬ ਜਾਲਬ ਨੇ ਕੀਤਾ, ਗ੍ਰਿਫਤਾਰੀਆਂ ਹੋਈਆਂ। ਅਸੀਂ MRD ਦੀ ਤਹਿਰੀਕ 'ਚ ਇੱਥੇ ਔਰਤਾਂ ਨੂੰ ਅਸੀਂ ਸੜਕ ਦੇ ਉੱਤੇ ਮਾਰਾਂ ਖਾਂਦੇ ਦੇਖਿਆ। ਉਹ ਉਹੀ ਦੌਰ ਸੀ। ਅੱਜ ਮੁਹਰਮ ਦਾ ਮਹੀਨਾ ਹੈ, ਉਹ ਯਜ਼ੀਦ ਦਾ ਦੌਰ ਸੀ ਜੀ। ਠੀਕ ਹੈ, ਔਰ ਉਹ ਹੱਕ ਔਰ ਖੈਰ ਦੀ ਜੰਗ ਸੀ। ਠੀਕ ਹੈ, ਜਦੋਂ ਤੁਹਾਡੀ ਰਵਾਇਤ ਮਲੀਆਮੇਟ ਕਰ ਦਿੰਦੀਆਂ ਜਾਂਦੀਆਂ ਨੇ, ਤੁਹਾਡਾ ਨਿਸਾਬ ਚੇਂਜ ਕਰ ਦਿੱਤਾ ਜਾਂਦਾ ਹੈ, ਤੁਹਾਡੀ ਤਾਰੀਖ ਚੇਂਜ ਕਰ ਦਿੱਤੀ ਜਾਂਦੀ ਹੈ। ਤੁਹਾਨੂੰ ਪਤਾ ਕਿ ਬਹੁਤ ਦੇਰ ਤੱਕ ਜ਼ਿਆਉਲ ਹਕ ਨੇ ਕਿਹਾ ਕਿ ਕੋਈ ਕਾਇਦ ਆਜ਼ਮ ਦੀ ਐਸੀ ਤਸਵੀਰ ਨਾ ਸਾਹਮਣੇ ਆਏ ਜਿਸ 'ਚ ਉਹਨੇ ਸੂਟ ਪਾਇਆ ਹੋਵੇ, ਕੋਟ ਪੈਂਟ ਪਾਇਆ ਹੋਵੇ। ਯਾਰ ਤੁਸੀਂ ਹਕਾਇਕ ਨੂੰ ਕਿਸ ਤਰ੍ਹਾਂ ਚੇਂਜ ਕਰ ਦਿੰਦੇ ਹੋ? ਔਰ ਤੁਸੀਂ ਇੱਕ ਇਸਲਾਮ ਦਾ ਤਜਰਬਾ ਕੀਤਾ ਜਿਹੜਾ ਬਹੁਤ ਬੁਰੀ ਤਰ੍ਹਾਂ ਨਾਕਾਮ ਹੋਇਆ, ਔਰ ਪਬਲਿਕ ਨੇ ਉਹਦਾ ਨਤੀਜਾ ਦੇਖ ਰਿਹਾ ਹੈ। ਨਤੀਜਾ ਦੇਖਿਆ, ਹਜ਼ਾਰਾਂ ਲੋਕ ਕਤਲ ਸ਼ਹੀਦ ਹੋਏ ਜੀ ਜੀ ਸਾਡੇ ਪਾਕਿਸਤਾਨ ਦੀਆਂ ਇਹਨਾਂ ਸੜਕਾਂ ਤੇ। ਉਹ ਤੇ ਅੱਲਾ ਦਾ ਕਰਨਾ ਕਿ ਜਲਦੀ ਉਹ ਖਾਤਮਾ ਹੋ ਗਿਆ, ਵਰਨਾ ਜਿੱਧਰ ਨੂੰ ਟੁਰ ਪਿਆ ਸੀ ਕੰਮ, ਅੱਲਾ ਬਚਾਉਣ ਵਾਲਾ ਹੁੰਦਾ। ਸਾਡੇ ਤੁਹਾਡੀਆਂ ਜੀ 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 ਬਚਾ ਗਈਆਂ, ਵਰਨਾ ਹੋਰ ਕੰਮ ਹੋ ਗਿਆ। ਬੇਸ਼ੱਕ। ਤੇ ਰਜ਼ਾ ਮੁਮਤਾਜ਼ ਸਾਹਿਬ, ਮੇਰਾ ਇੱਕ ਸਵਾਲ ਹੈ, ਜਿਵੇਂ ਤੁਸੀਂ ਸ਼ਾਇਰ ਸ਼ਾਇਰੀ ਦੀ ਗੱਲ ਕਰਨ ਦੇ ਪਏ, ਤੁਸੀਂ ਕਿਤਨੀ ਉਮਰ 'ਚ ਆਵੇ ਤੁਹਾਨੂੰ ਪਤਾ ਚੱਲਿਆ ਕਿ ਸ਼ਾਇਰੀ ਵੀ ਕੋਈ ਚੀਜ਼ ਹੁੰਦੀ ਹੈ? ਮੈਨੂੰ ਸ਼ਾਇਦ ਬਚਪਨ ਤੋਂ ਹੀ ਪਤਾ ਸੀ, ਕਿਉਂਕਿ ਸ਼ਾਇਰੀ ਗਾਣੇ ਮੈਨੂੰ ਬਹੁਤ ਫੈਸੀਨੇਟ ਕਰਦੇ ਸੀ, ਕਿਤਾਬਾਂ ਮੈਨੂੰ ਬਹੁਤ ਫੈਸੀਨੇਟ ਕਰਦੀਆਂ ਸਨ। ਮੈਂ ਬਸ ਕਿਤਾਬਾਂ ਪੜ੍ਹਨ ਦਾ ਸ਼ੌਕੀਨ ਸੀ, ਤੇ ਸ਼ਾਇਰੀ ਮੈਂ ਅਗਰਚੇ ਘੱਟ ਪੜ੍ਹੀ ਹੈ। ਮੈਂ ਬੜੇ ਮਖਸੂਸ ਜਿਹੇ ਸ਼ਾਇਰਾਂ ਦਾ ਜਿਹੜਾ ਮਤਲਬ ਮਦਾਹ ਹੈ ਔਰ ਰਵਾਂਗਾ। ਅੱਛਾ ਸ਼ੇਰ, ਅੱਛਾ ਚਿਹਰਾ, ਸਹੀ ਅੱਛੀ ਗੱਲ ਮੇਰੇ ਤੇ ਅਸਰ ਕਰਦੀ। ਅਸੀਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਨਾ, ਮੇਰਾ ਜਿਹੜਾ ਪਹਿਲਾ ਸਵਾਲ ਸੀ, ਮੈਂ ਕਿਹਾ ਜੀ ਮੈਂ ਮੁਸ਼ਾਇਰਾ ਅਟੈਂਡ ਕੀਤਾ, ਉਹਦੇ ਵਿੱਚ ਵੀ ਸ਼ੋਰਾ ਕਰਾਮ ਸਨ। ਤੁਸੀਂ ਜਿਹਦਾ ਮੁਸ਼ਾਇਰਾ ਜ਼ਿਕਰ ਕੀਤਾ ਉਹਦੇ ਵਿੱਚ ਵੀ ਸ਼ੋਰਾ ਕਰਾਮ ਸਨ। ਜਿਹੜਾ ਲਿਟਰੇਚਰ ਦਾ ਕੁਆਲਿਟੀ ਹੈ ਨਾ,
ਉਹ ਕਿਉਂ ਡਿਕਲਾਈਨ ਦਾ ਸ਼ਿਕਾਰ ਹੋ ਗਏ? ਸ਼ਾਇਰ ਤੇ ਹੈ ਨੇ, ਜਿਸ ਤਰ੍ਹਾਂ ਭੱਟੀ ਸਾਹਿਬ ਨੇ ਇੱਕ ਮਿਸਾਲ ਦਿੱਤੀ, ਪੈਟਰੋਲ ਨੂੰ ਜਾਂ ਮੋਬਾਈਲ ਫੋਨ ਨੂੰ ਜਾਂ WhatsApp ਨੂੰ ਇਸਤੇਮਾਲ ਕਰਨਾ ਸ਼ੁਰੂ ਹੋ ਗਏ, ਉਹ ਅਲਫਾਜ਼, ਉਹ ਚੁਣਾਓ, ਉਹ ਤਰੀਕਾ, ਉਹ ਜਿਹੜੀ ਤਾਮੀਰੀ ਸੋਚ ਉਹ ਕਿਉਂ ਖਤਮ ਹੋ ਗਈ? ਇਹ ਸਵਾਲ ਸੀ ਮੇਰਾ। ਮੌਲਾਨਾ ਅਲਤਾਫ ਹੁਸੈਨ ਹਾਲੀ ਦਾ ਅਗਰ ਤੁਸੀਂ ਮੁਕੱਦਮਾ ਸ਼ੇਰ ਓ ਸ਼ਾਇਰੀ ਪੜ੍ਹੋ तो ਉਹਦੇ 'ਚ ਉਹਨਾਂ ਨੇ ਇੱਕ ਜੁਮਲਾ ਲਿਖਿਆ ਹੈ ਕਿ ਸ਼ਾਇਰੀ सोसाइटी के ताबे होती है। ਵਾਹ, ਜੋ सोसाइटी 'ਚ ਹੋਏਗਾ ਉਹ ਸ਼ਾਇਰੀ 'ਚ ਬਿਆਨ ਹੋਏਗਾ। ਆਹਾ, ਤੁਸੀਂ ਦੇਖੋ ਕਿ ਜ਼ਿਆਉਲ ਹਕ ਦੀ ਆਮਰੀਅਤ ਆਈ ਤੇ ਮਜ਼ਾਮਤੀ ਸ਼ਾਇਰੀ ਹੋਈ। ਹਾਂ ਇਫਤਖਾਰ ਆਰਿਫ ਨੇ ਕੀਤੀ, ਫਰਾਜ਼ ਨੇ ਕੀਤੀ, ਜਾਲਬ ਨੇ ਕੀਤੀ, ਫੈਜ਼ ਨੇ ਕੀਤੀ, ਸਜ਼ਾਵਾਂ ਵੀ ਭੁਗਤੀਆਂ, ਜ਼ਿਲ੍ਹਾ ਵਤਨੀ ਵੀ ਹੋਈ। ਸਹੀ ਠੀਕ ਹੈ ਜੀ। ਤੇ ਸੁਸਾਇਟੀ ਸ਼ਾਇਰੀ ਦੇ ਤਾਬੇ ਹੁੰਦੀ ਹੈ। ਤੁਸੀਂ ਦੇਖੋ ਕਿ ਜਦੋਂ ਤੁਹਾਡੇ ਮੋਟਰਸਾਈਕਲ ਤੇ ਬੱਚੇ ਬੈਠੇ ਬਾਰਿਸ਼ ਦੇ ਦਿਨਾਂ 'ਚ ਬੁੱਢਿਆਂ ਦੇ ਉੱਤੇ ਪਾਣੀ ਦੇ ਛਿੜਕਾਅ ਉੱਤੇ ਛਿੱਟੇ ਪਵਾ ਕੇ ਜਾਣਗੇ, ਹਾਏ। ਠੀਕ ਹੈ, ਜਾਂ ਜਾਂਦੇ ਨੂੰ ਛੇੜਨਗੇ, ਤੇ ਇਹੀ ਸੁਸਾਇਟੀ ਹੈ ਨਾ, ਇਹੀ ਸ਼ਾਇਰੀ ਹੋਏਗੀ ਨਾ। ਠੀਕ ਹੈ, ਇੱਕ ਸ਼ਾਇਰ ਹੈ ਤੁਹਾਡਾ ਨਾਮ ਮੈਂ ਨਹੀਂ ਲੈਣਾ ਚਾਹੁੰਦਾ, ਸਾਰੀ ਦੁਨੀਆ ਨੂੰ ਪਤਾ ਚੱਲ ਜਾਏਗਾ। ਉਹਨਾਂ ਨੇ ਇੱਕ ਰਦੀਫ ਲੱਭੀ ਸੀ ਸ਼ਾਮ ਕੇ ਬਾਅਦ, ਜੀ ਜੀ ਬਿਲਕੁਲ। ਠੀਕ ਹੈ ਨਾ ਜੀ। ਤੇ ਉਹ ਜਦੋਂ ਉਹਨਾਂ ਦੀ ਸ਼ਾਇਰੀ ਦੇਖੋ ਤੇ ਉਹ 'ਚ ਕੁਛ ਵੀ ਨਹੀਂ ਹੋ। ਫਿਰ ਇਹ ਕਿ ਸਾਡੀ ਪੰਜਾਬੀ ਜ਼ੁਬਾਨ ਦਾ ਇੱਕ ਅਲਮੀਆ ਰਿਹਾ ਕਿ ਸਾਡੀ ਪੰਜਾਬੀ ਆਮ ਬੋਲਣ ਵਾਲੀ ਹੋ ਰਹੇ, ਜਦੋਂ ਅਸੀਂ ਸ਼ੋਅ 'ਚ ਆਉਂਦੇ ਹਾਂ ਤੇ ਮੁਸ਼ਕਿਲ ਲਫ਼ਜ਼ ਇਸਤੇਮਾਲ ਕਰਦੇ ਬਿਲਕੁਲ ਹੀ ਹਾਂ, ਜਦੋਂ ਲਿਖਣੇ ਆ ਬਹੁਤ ਮੁਸ਼ਕਿਲ ਲਿਖਣੇ ਆ, ਸਹੀ ਸ਼ਾਇਰੀ ਕਰਨੇ ਆ ਤੇ ਬਹੁਤ ਮੁਸ਼ਕਿਲ ਕਰਨੇ ਆ, ਔਰ ਅੱਲਾ ਮੀਆਂ ਨਾਲ ਐਵੇਂ ਮਤੱਕਾ ਲਾ ਲੈਂਦੇ ਹਾਂ ਅਸੀਂ ਕਿ ਅੱਲਾ ਮੀਆਂ ਥੱਲੇ ਆ ਤੇ ਫਲਾਨਾ। ਇਹ ਮਜ਼ਾਮਤੀ ਸ਼ਾਇਰੀ ਦਾ ਇੱਕ ਅੰਦਾਜ਼ ਹੈ ਜਿਹੜਾ ਸੂਫੀ ਅੰਦਾਜ਼ ਨਹੀਂ ਹੋ। ਇਹ ਚਾਹੁੰਦੇ ਨੇ ਕਿ ਮਤਲਬ ਸੂਫੀ ਅੰਦਾਜ਼ ਬਣੇ। ਸ਼ਾਹ ਹੁਸੈਨ ਦੀ ਸ਼ਾਇਰੀ ਮਜ਼ਾਮਤੀ ਸ਼ਾਇਰੀ ਸੀ, ਲੇਕਿਨ ਉਹ ਹੋਰ ਸੀ। ਤੁਸੀਂ ਹੁਣ ਪੰਜਾਬੀ ਦੀ ਗੱਲ ਕੀਤੀ ਹੈ, ਜਿਸ ਤਰ੍ਹਾਂ ਇੱਕ ਵੀਡੀਓ ਵੀ ਬੜੀ ਵਾਇਰਲ ਹੋਈ ਸੀ ਖਾਤੂਨ ਦੀ, ਜਿਹੜੀ ਉਹ ਬਹਿਸ ਕਰ ਰਹੀ ਹੈ ਕਿਸੇ ਪੁਲਿਸ ਵਾਲੇ ਨਾਲ, ਤੇ ਪੁਲਿਸ ਵਾਲਿਆਂ ਨੇ ਪੰਜਾਬੀ ਵਿੱਚ ਉਹਨੂੰ ਜਵਾਬ ਦੇ ਰਿਹਾ। ਉਹਨੇ ਕੀ ਕਿਹਾ? ਯੂ ਆਰ ਅਬਿਊਜ਼ਿੰਗ ਮੀ, ਤੂੰ ਮੈਨੂੰ ਗਾਲਾਂ ਕੱਢ ਰਹੇ ਹੈ। ਯਾਨੀ ਕਿ ਉਹ ਪੰਜਾਬੀ ਨੂੰ ਗਾਲ ਕਵਰ ਕਰ ਰਹੀ ਸੀ ਕਿ ਇਹ ਪੰਜਾਬੀ ਮੇਰੇ ਨਾਲ ਗੱਲ ਕਰੇ, ਇਟ ਮੀਨਸ ਕਿ ਮੈਨੂੰ ਗਾਲਾਂ ਕੱਢ ਰਿਹਾ। ਹਾਂਜੀ, ਸਾਡੇ ਤੁਸੀਂ ਦੇਖ ਲਓ ਕਿ ਪੰਜਾਬੀ ਘਰਾਣੇ ਅਸੀਂ ਆਪਣੇ ਬੱਚਿਆਂ ਨੂੰ ਉਰਦੂ ਸਿਖਾ ਰਹੇ ਹਾਂ। ਅੰਗਰੇਜ਼ੀ ਸਰ, ਹੁਣ ਤੇ ਅੰਗਰੇਜ਼ੀ ਸ਼ੁਰੂ ਹੋ ਗਈ ਹੈ। ਉਹ ਸਕੂਲ 'ਚ ਅੰਗਰੇਜ਼ੀ ਬੋਲਦੇ ਨੇ, ਉਹ ਦੋਸਤਾਂ ਦੇ ਨਾਲ ਘਰ 'ਚ ਉਰਦੂ ਬੋਲਦੇ ਨੇ, ਤੇ ਬਾਹਰ ਮਹੱਲੇ 'ਚ ਜਿਹੜੇ ਨੇ ਪੰਜਾਬੀ ਬੋਲਦੇ। ਲੇਕਿਨ ਸਹੀ ਦੇ ਨਾਲ ਇਹ ਕਿ ਆਹਿਸਤਾ ਆਹਿਸਤਾ ਸਾਡੀ ਮਾਂ ਬੋਲੀ ਖਤਮ ਥੀਂਦੀ ਵੀ ਖਤਮ ਹੁੰਦੀ ਜਾ ਰਹੀ ਹੈ। ਉੱਥੇ ਅਸਾਂ ਦੇ ਇਲਾਕੇ 'ਚ ਇਲਿਆਸ ਸਾਹਿਬ ਹੈ, ਬਹੁਤ ਅੱਛੇ ਸ਼ਾਇਰ ਜੀ ਸਰ। ਉਹਨਾਂ ਨੇ ਪੰਜਾਬੀ 'ਚ ਇੱਕ ਲਾਈਨ ਲਿਖੀ ਹੈ, ਇੱਕ ਸ਼ੇਰ ਕਮਾਲ। ਉਹਨਾਂ ਫਾਈਨਲ ਕੀਤਾ ਕਿ ਕਿਸ ਚੀਜ਼ ਦੀ ਤੁਸੀਂ ਕੇਅਰ ਕਰਨੀ ਹੈ। ਆਹਣੇ ਤਿਲਕਨ ਰਾਵਾਂ ਤੂੰ ਲੰਘ ਜਾਈ ਨਾ ਪੈਰ ਸੰਭਲ ਕੇ ਧਰਿਆ, ਵਾਹ, ਤਿਲਕਨ ਰਾਵਾਂ ਤੂੰ ਲੰਘ ਜਾਈ ਨਾ ਪੈਰ ਸੰਭਲ ਕੇ ਧਰਿਆ, ਬੱਚੇ ਫਸਲ ਫਕੀਰੀ ਤਿੰਨੇ ਪੱਲੇ ਰਾਖੀ ਕਰਿਆ। ਆਹਾ, ਵਾਹ 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 ਵਾਹ। ਫਿਰ ਫਕੀਰੀ। ਅੱਛਾ ਅਲੀ ਵੀਰਾ, ਤੁਸੀਂ ਦੱਸੇ ਕਿ ਤੁਸੀਂ ਛੋਟੇ ਵੇਲੇ ਵੀ ਮਤਲਬ ਇੱਕ ਮੁਸ਼ਾਇਰਾ ਡਿਠਾ ਜੀ ਜੀ। ਤੇ ਵੱਲ ਤੁਸੀਂ 10ਵੀਂ ਕਲਾਸ ਵਿੱਚ ਆਵੇ ਤੁਸੀਂ ਉਹ ਗੱਲ ਵੀ ਦੱਸੀ। ਮੈਂ ਜਦੋਂ ਦੂਜੀ ਪੜ੍ਹਦੀ ਮੈਂ ਪਹਿਲਾ ਸ਼ੇਰ ਸੁਣਿਆ, ਬਲਕਿ ਮੈਂ ਡਿਠਾ ਮੈਨੂੰ ਥੋੜੀ ਥੋੜੀ ਉਰਦੂ ਆਂਦੀ। ਮੈਂ ਇੱਕ ਟਰੱਕ ਦੇ ਪਿੱਛੋਂ ਲਿਖਿਆ ਹੈ अच्छा, लिखा कड़ाई के गरीब हूँ टैंकर चला रहा हूँ कोई गोली तो नहीं। अच्छा, वाह ਵਾਹ ਵਾਹ। ਟਰੱਕਾਂ ਤੇ ਆਰਟ ਹੈ, ਮਤਲਬ ਉਹਨਾਂ ਦੇ ਸ਼ਾਇਰੋ ਸ਼ਾਇਰੀ ਉਹ ਸਮਝਦੇ ਨੇ। ਇਹ ਬੜੀ ਮਜ਼ੇਦਾਰ ਗੱਲ ਸੁਣੀ। ਇਹ ਟਰੱਕਾਂ ਦੇ ਪਿੱਛੇ ਬਾਜ਼ੂਕਾਤ ਪੱਪੂ ਯਾਰ ਤੰਗ ਨਾ ਕਰ, ਹਾਰਨ ਦੋ ਰਸਤਾ लो, माँ की दुआ जन्नत। किस्मत आजमा चुका हूँ, मुकद्दर आजमा रहा हूँ, किसी बेवफा की खातर बत्ती चोट चला रहा हूँ। ਇਹ ਬੰਬ ਗੱਡੀ ਦੀ ਅੱਗ ਡਰਾਈਵਰ। ਪਿਓ ਦੀ ਬਦਦੁਆ ਤੇ ਰਕਸ਼ਾ ਚਲਾ। ਜਿੰਨੇ ਮਾਂ ਪਿਓ ਨੂੰ ਸਤਾਇਆ ਉਹਨੇ ਰਕਸ਼ਾ ਚਲਾਇਆ। ਹੁਣ ਪਹਿਲਾ ਲਫ਼ਜ਼ ਮੈਂ ਇਸਤੇਮਾਲ ਕੀਤਾ ਸੀ ਪੱਪੂ ਯਾਰ ਤੰਗ ਨਾ ਕਰ। ਸਰ ਇਹ ਪੱਪੂ ਨੂੰ ਤਾਂ ਜ਼ਰਾ ਐਕਸਪਲੇਨ ਕਰੋ ਇਹ ਕੀ ਹੈ, ਕਿਉਂਕਿ ਅਸੀਂ ਪਹਿਲੇ ਥੋੜਾ ਜਿਹਾ ਡਿਸਕਸ ਕੀਤਾ ਹੈ। ਪੱਪੂ ਇੱਕ ਇਸਤਾਰਾ ਹੈ, ਆਹਾ, ਇੱਕ ख्वाब ਹੈ, ਵਾਹ ਇੱਕ ਆਰਜ਼ੂ ਹੈ। ਪੱਪੂ ਉਸ ਰਕਸ਼ਾ ਚਲਾਉਣ ਵਾਲੇ ਦਾ ਨਾਦੀਦਾ ਦੁਸ਼ਮਣ ਵੀ ਹੈ, ਆਹਾ, ਉਹਦਾ ਸ਼ਰੀਕਾ ਵੀ ਹੈ, ਉਹਦਾ ਸਾਥੀ ਵੀ ਹੈ, ਉਹਦਾ ਦੋਸਤ ਵੀ ਹੈ, ਵਾਹ ਉਹਦੇ ख्वाब ਨੇ। ਵਾਹ ਪੱਪੂ ਯਾਰ ਤੰਗ ਨਾ ਕਰ, ਠੀਕ ਹੈ। ਵਾਹ, ਹਾਰਨ ਦੇ ਪੱਪੂ ਹਾਰਨ ਦੇ ਔਰ ਰਾਸਤਾ ਲੈ, ਰਾਸਤਾ ਰਿਹਾ। ਠੀਕ ਹੈ ਨਾ ਜੀ। ਇਹ ਜਦੋਂ ਇਨਸਾਨਾਂ ਚੋਂ ਪੱਪੂ ਖਤਮ ਹੋ ਜਾਣਗੇ ਨਾ, ਸਹੀ ख्वाब ਮਰ ਜਾਣਗੇ, ਉਦੋਂ ਇਨਸਾਨ ਵੀ ਮਰ ਜਾਂਦੇ ਨੇ। ਵਾਹ ਵਾਹ ਸਰ, ਬਹੁਤ ਖੂਬਸੂਰਤ, ਕੀ ਬਾਤ ਹੈ। बड़े बड़े ਆਪਣੀ ਆਪਣੀ ਥਾਵਾਂ ਤੇ ਤੁਸੀਂ ਸਾਰਿਆਂ ਪੜਿਆ, ਪਰ ਮੈਂ ਜੋ ਇੱਕ ਜਗ੍ਹਾ ਤੇ ਲਿਖਿਆ ਪੜਿਆ ਨੇ, ਗੱਡੀ ਬੜੀ ਵਧੀਆ, ਹਾਂ ਤੇ ਉਹਦੇ ਪਿੱਛੇ ਲਿਖਿਆ ਹੈ ਇਹ ਸਭ ਮੇਰੀ ਬੀਵੀ ਕੀ ਦੁਆ ਹੈ। ਵਾਹ ਵਾਹ ਵਾਹ। ਯਾਰ ਹੋ ਸਕਦਾ ਹੈ। और मैं हैरान, चलो माँ की दुआ बंदे लिखते ने बड़े, या ये सब वालदैन की दुआ है। ਤੈਨੂੰ ਕਿਹਾ ਨਾ ਗੱਡੀ ਗਲੀ 'ਚ ਨਾ ਲਾਇਆ ਕਰ। ਨਹੀਂ ਫਿਰ ਉਹ ਇੱਕ ਹੋਰ ਬੜੀ ਸਾਹਿਬ ਕਿ ਉਹ ਰੋਲਤੇ ਗਏ पर चस बड़ी है ये। हाँ हाँ ये भी बड़ा अच्छा ओए नसीब अपना अपना जी जलने वाले तेरा मुंह काला। सर छोटी गड्डी है एक जी जी FX आल्टो टाइप ना, उसने पीछे लिखा है मैं बड़ी होकर बस बनूंगी। ਵਾਹ ਵਾਹ ਵਾਹ। ਇਹ ਬੱਸਾਂ ਤੇ ਜਿਹੜੀ ਲਿਖਾਈ ਹੁੰਦੀ ਇਹਦੇ ਬਾਰੇ ਚ ਮੁxtਲਫ ਰਾਇਵਾਂ ਨੇ। ਉਹਨਾਂ ਚੋਂ ਕਿ ਰਾਜਪੂਤ ਬੱਸ ਸਰਵਿਸ ਜੀ ਜੀ ਹੈ, ਬੜਾ ਇਸ਼ਤਿਹਾਰਾ। ਬੜਾ ਇਸ਼ਤਿਹਾਰ ਹੈ, ਭਾਰੀਆਂ ਭਾਰੀਆਂ ਕੰਮ ਰਾਂ ਇਸ਼ਤਿਹਾਰਾ। वाहन एक्सप्रेस ਅਵਾਨ ਐਕਸਪ੍ਰੈਸ, ਮਤਲਬ ਇਹ ਸਾਰੀਆਂ ਇਹ ਹੋ ਗਈਆਂ। ਹੁਣ ਖਾਨ ਸਾਹਿਬਾਂ ਨੇ ਬੱਸ ਬਣਾ ਲਈ। ਅੱਛਾ ਜੀ। अच्छा ਹੁਣ ਉਹ ਲਿਖਣ ਤੋਂ ਕੌਨਸ਼ੀਅਸ ਨੇ। ਇਹ ਇੰਨੇ ਆ ਚੌਧਰੀ ਤੇ ਵੜਾਇਆ ਚ ਤੇ ਮੈਂ ਕਿੱਧਰ।
ਮਲੰਗਣੀ ਦਾਤਾ ਕੀ ਬਹੁਤ ਅੱਛੀ ਗੱਲ ਹੈ, ਵਾਹ ਵਾਹ ਵਾਹ। ਗੌਂਸੀਆ ਤਿਆਰਾ ਯਾਨੀ ਉਹਨਾਂ ਆਪਣੇ ਲਾਗੇ ਨਾ ਨਹੀਂ ਆਉਣਾ, ਨਹੀਂ ਨਹੀਂ ਨਹੀਂ, ਸਹੀ। ਆਕਾਂ ਤੇ ਛੱਡਿਆ। ਹਾਂ ਵਾਹ ਵਾਹ, ਬਿਲਕੁਲ ਉਹਨਾਂ ਤੇ ਪਾਤੀ। ਅੱਛਾ, ਇੱਕ ਬੱਸ ਦੇ ਵਿੱਚ ਲਿਖਿਆ ਹੈ, ਸਕੂਲ ਵਾਲੀ ਬੱਸ ਸਹੀ, ਉਹ ਮੈਂ ਕਿ ਹਾਰਨ ਦੇ ਕੇ ਪਰੇਸ਼ਾਨ ਨਾ करें मैं बच्चों माली हूँ। ਹਾਂ ਹਾਂ ਹਾਂ, ਵਾਹ 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 ਅੱਛੇ। ਵਾਹ ਵਾਹ। ਸਰ क्या मतलब तख्लीक के ਹਾਂਜੀ, ਇੱਕ ਮੈਂ ਰਿਕਸ਼ੇ ਦੇ ਪਿੱਛੇ ਦੇਖਿਆ, ਉੱਤੇ ਲਿਖਿਆ ਸੀ ਚੱਲ ਨਹੀਂ ਚੱਲ ਸ਼ਹਿਜ਼ਾਦ ਬੱਟ ਤੇ ਮੇਰਾ ਹੈ। अच्छा, एक ट्रक ਦੇ ਵਿੱਚ ਲਿਖਿਆ है आई, अगर हम खुश नसीब होता तो करता काम हकीमों का। ਹਾਂ अगर हम खुश नसीब होता तो करता काम हकीमों का, बहाना नब्ज का होता तो पकड़ता हाथ हसीनों का। ਵਾਹ 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 ਵਾਹ, ਕੀ ਬਾਤ ਹੈ। ਨਹੀਂ ਸ਼ਾਇਰੀ ਵਾਲੀ ਤਾਂ ਦੱਕ ਨਿਕਲੀ ਹੈ। ਬਾਕੀ ਇੱਕ ਰਕਸ਼ੇ ਦੇ ਦਰਵਾਜ਼ੇ ਤੇ ਲਿਖਿਆ ਸੀ ਮੈਨੂੰ ਹੌਲੀ ਬੰਦ ਕਰਨ ਨਹੀਂ ਦਿਆ। ਮੈਂ ਕਿਹਾ ਵਿੱਚ ਬੱਕਰਾ ਹੀ ਨੇ। ਇੱਕ ਮੈਂ ਬੱਸ ਦੇਖੀ, ਉਹਦੇ ਦਰਵਾਜ਼ੇ ਤੇ ਲਿਖਿਆ ਸੀ ਅਫਸਰ ਟਾਈਮ। ਮੈਂ ਕੰਡਕਟਰ ਨੂੰ ਪੁੱਛਿਆ ਇਹਦਾ ਕੀ ਮਤਲਬ ਹੈ, ਕਹਿੰਦਾ ਜੀ ਕਦੀ ਅਫਸਰ ਵੀ ਆਫਿਸ 'ਚ ਟਾਈਮ ਤੇ ਨਹੀਂ ਆਇਆ ਕਿ ਅਸੀਂ ਵੀ ਨਹੀਂ ਪਹੁੰਚੇ ਕਦੇ। ਅੱਛਾ ਸਰ, ਇਹ ਹੁਣ ਦੇਖੋ ਗੱਡੀਆਂ ਦੇ ਪਿੱਛੇ ਜੋ ਕੁਝ ਲਿਖਿਆ ਇਹ ਤੇ ਇੱਕ ਆਰਟ ਹੈ, ਲੇਕਿਨ ਇਹ ਵੀ ਤੁਸੀਂ ਵੇਖੋ ਕਿ ਇੱਕ ਬੰਦੇ ਦੀ ਖੂਬਸੂਰਤ ਨਵੀਂ ਗੱਡੀ ਉਹਨੇ ਲਈ ਹੈ, ਜਿਹੜੀ ਸਵਾਰੀ ਬੈਠੀ ਹੈ ਉਹਨੇ ਪੈਨਸਲ ਦੇ ਸੀਟ ਦੇ ਉੱਤੇ ਕੋਈ ਨਾ ਕੁਛ ਐ ਲਿਖ ਦਿੱਤੀ। ਜੀ ਹਾਂ, ਉਹ ਵੀ ਲਿਖ ਦਿੰਦੇ ਨੇ। ਮੇਰਾ ਹਿਸਾਬ ਨਾਲ ਤੇ ਉਹਨੂੰ ਮਜ਼ੀਦ ਉਹਨੂੰ ਬਦਸੂਰਤ ਕਰਨ ਨੇ, ਖੂਬਸੂਰਤ ਨਹੀਂ ਬਣਾ। ਨਹੀਂ, ਉਹਦਾ ਕਿਤੇ ਨਾਂ ਲਿਖਿਆ ਨਹੀਂ ਨਾ ਜਾਂਦਾ, ਸਰ ਵੇਖੋ ਉਹਦਾ ਨਾ, ਕਿਤੇ ਆਂਦਾ ਨਹੀਂ। ਹੁਣ ਇਹ ਉਸ ਬੰਦੇ ਦੀ ਕੀ ਹੈ ਅਹਿਸਾਸੇ ਕਮਤਰੀ ਕਿ ਉਹ ਨੰਬਰ ਲਿਖ ਦਿੱਤਾ ਆਪ ਵਾਸ਼ਰੂਮ ਦੇ ਦਰਵਾਜ਼ਾ ਤੇ ਨੰਬਰ ਅਲੀ ਭਾਈ ਇਹੋ ਜਿਹੀਆਂ ਕੁੜੀਆਂ ਤੇ ਰਿਕਸ਼ੇ ਦੀ ਸੀਟ ਤੇ ਚਿੰਗਮ ਲਾ ਜਾਂਦੀਆਂ। ਓਏ ਹੋਏ। लिखने वाले तो वहाँ भी लिख देते हैं जहाँ लिखने की गुंजाइश नहीं होती। ਬੰਦਾ ਕਿਸੇ ਹੋਰੀ ਕੰਮ ਗਿਆ ਹੁੰਦਾ ਤੇ ਉੱਥੇ ਵੀ ਲਿਖਿਆ ਹੁੰਦਾ। ਉਹੀ ਮੈਂ ਕਹਿ ਰਿਹਾ ਨਾ ਕਿ ਮਤਲਬ ਵਾਸ਼ਰੂਮ ਚ ਅਗਰ ਤੁਸੀਂ ਕਿਸੇ ਦਾ ਨੰਬਰ ਪੜੋ ਨਾ ਤੇ ਉੱਤੇ ਫੌਰਨ ਕਾਲ ਮਲਾਣੀ, ਅੱਛਾ ਕਹਿਣਾ ਜੀ ਆ ਕੇ ਸਾਫ਼ ਕਰੋ। ਉਰੇ ਆ ਕੇ ਕਰਨਗੇ। अच्छा, एक टैंकर ਦੇ ਵਿੱਚ ਲਿਖਿਆ ਖੜਾ ਹੈ, जब चली अपनों की गर्दन पे चली, चूम लूं मैं लब तेरी तलवार के। ਵਾਹ ਵਾਹ ਵਾਹ। ਵਾਹ, ਉਹ ਮੈਨੂੰ ਲੱਗਦਾ ਹੈ ਕਿ ਸਾਡੇ ਖਵਾਜਾ ਪਰਵੇਜ਼ ਮਰਹੂਮ ਦਾ ਟਰੱਕ ਹੋਏਗਾ। ਅੱਛਾ ਅਲੀ ਭਰਾ, ਮੈਂ ਇਹ ਵੀ ਸੁਣਿਆ ਕਿ ਆਦਨ ਦੁਨੀਆ ਦੇ ॿिया ਕਈ ਮੁਲਕਾਂ ਦੇ ਵਿੱਚ ਬੱਸਾਂ ਦੇ ਉੱਤੇ ਲਿਖਾਈ ਕਾਨੀ ਥੀਂਦੀ, ਜਾਂ ਇੰਡੀਆ 'ਚ ਥੀਂਦੀ ਜਾਂ ਪਾਕਿस्तान 'ਚ ਥੀਂਦੀ ਹੈ। ਪਾਕਿਸਤਾਨ 'ਚ ਉੱਥੇ ਲਿਖਾਈ ਹੋ ਜਾਂਦੀ, ਲਿਖਾਈ ਦੌੜਾਈ ਹੋ ਪੈਂਦੀ ਹੈ। ਜੀ ਜੀ। ਫਿਲਮੀ ਲਿਖੀ ਮਸ਼ਹੂਰੀ ਫਿਰਦੌਸ एजाज फलां फलां फलां, और फिल्म लिखी है 7 जून से आज शब को। ਹੁਣ ਉਹ ਸਿਤਾਰਿਆਂ ਦੇ ਵਿੱਚ ਇੱਕ ਬੰਦੇ ਨੇ ਆਜ ਸ਼ਬ ਕੋ ਪੜ ਲਿਆ, ਉਹ ਬੁਕਿੰਗ ਜੱਤ ਪਾਉਂਦਾ ਇੱਕ ਟਿਕਟ ਦਈ, ਉਹਨੇ ਟਿਕਟ ਦਿੱਤੀ, ਕਹਿੰਦਾ ਭਈ ਇਹ ਐਕਟਰ ਵੀ ਵਿੱਚ ਹੈਗਾ, ਕਹਿੰਦਾ ਕਿਹੜਾ, ਇਹ ਸਾਰੇ ਐਕਟਰ ਨੇ, ਕਹਿੰਦਾ ਆਜ ਸ਼ਬਕੂ ਹੈ। ਉਸ ਆਖਿਆ ਕਿਹੜਾ ਐਕਟਰ ਹੈ, ਉਹਨੇ ਆਖਿਆ ਇਹ ਐਕਟਰ ਨਹੀਂ ਹੈਗਾ, ਮੁੱਲ ਲਿਖਿਆ ਕਿਉਂ ਜੇ, ਸਾਰੇ ਐਕਟਰਾਂ ਦੇ ਨਾਲ ਇਹਦਾ ਦੱਸ ਕੇ ਲਿਖਿਆ ਹੁੰਦਾ, ਆਜ ਸ਼ਬਕੂ ਨਾ ਹੋਇਆ ਸੈਲਮੇ ਨੂੰ ਅੱਗ ਲਾ ਦਿੱਤਾ ਮੈਂ। ਬਹੁਤ ਅੱਛੇ। ਉਹ ਲਿਖਿਆ ਆਜ ਸ਼ਬ, ਉਹ ਜੋੜ ਕੇ ਲਿਖ ਦਿੰਦੇ ਜੋੜ ਕੇ ਚੁਨਾਚੇ, ਮੈਂ ਖੁਦ ਸੁਣਿਆ ਕਿ ਚੁਨਾਚੇ ਲਿਖੇ ਹੋਏ ਤਾਂ ਚਨਾ ਨਚਾ ਚੰਨਾ ਨੱਚਾ ਪੜਦੇ ਰਹਿਣੇ। ਅੱਛਾ, ਇੱਕ ਕਿਤਾਬ 'ਚ ਕੁੱਤਾ ਬੱਚਾ। ਕੁੱਤਾ ਬੱਚਾ। ਜੀ, ਕੁੱਤਾ ਬੱਚਾ। ਅੱਛਾ ਸਰ, ਗੱਲ ਵਾਪਸ ਉਧਰ ਹੀ ਆ ਜਾਈਏ ਕਿ ਸ਼ੇਰੋ ਸ਼ਾਇਰੀ ਵਾਲੀ। ਜੀ, ਅਸੀਂ ਕਿਉਂਕਿ ਉਰਦੂ ਸਪੀਕਿੰਗ ਆ ਸਮਝਦੇ ਹਾਂ ਜਾਂ ਪੰਜਾਬੀ ਸਮਝ ਆਉਂਦੀ ਹੈ, ਅਸੀਂ ਸੁਣਿਆ ਪੰਜਾਬੀ ਉਰਦੂ ਵਿੱਚ, ਹਿੰਦੀ ਵਿੱਚ ਵੀ, ਮਤਲਬ ਜਿਹੜੇ ਸਾਡੇ ਸ਼ਾਇਰ ਨੇ ਜਾਂ ਇੰਡੀਆ ਦੇ ਸ਼ਾਇਰ ਨੇ ਸੁਣਿਆ ਉਹਨਾਂ ਨੂੰ ਵੀ। ਤੇ ਜਿਹੜੀ ਹੈ ਅੰਗਰੇਜ਼ੀ ਸ਼ਾਇਰੀ ਹੁੰਦੀ ਹੈ, ਕਿਤਾਬਾਂ 'ਚ ਪੜ੍ਹਿਆ ਜਾਂ ਕਿਸੇ ਫਰੈਂਚ 'ਚ ਜਿਹਨੇ ਕੀਤੀ ਹੈ, ਤੇ ਉਹਦੇ 'ਚ ਵੀ ਕਿਆ ਬਾਕਾਇਦਾ ਹੈ ਕਾਫੀਅਤ, ਕਿਉਂਕਿ ਮੈਨੂੰ ਅੰਗਰੇਜ਼ੀ 'ਚ ਐਟਲੀਸਟ ਰਦੀਫ ਨਜ਼ਰ ਨਹੀਂ ਆਉਂਦੀ ਹੈ, ਇਸ ਤਰ੍ਹਾਂ ਕਿ ਨਹੀਂ? ਨਹੀਂ, ਤੁਸੀਂ ਅਗਰ ਸ਼ੈਲੇ ਨੂੰ ਪੜੋ, ਕੀਟਸ ਨੂੰ ਪੜੋ, ਵਰਡਸਵਰਥ ਨੂੰ ਪੜੋ, ਤੇ ਤੁਹਾਨੂੰ ਕਾਫੀਆ ਤੇ ਮਿਲਦਾ ਉਹਦੇ। ਨਹੀਂ, ਉਹਨਾਂ ਦੀ ਰਦੀਫ ਨਹੀਂ ਮਿਲਦੀ। ਰਦੀਫ ਨਹੀਂ ਮਿਲਦੀ। ਦੂਜਾ ਉਹਨਾਂ ਦੀ ਪੋਇਮਸ ਜਿਹੜੀ ਹੈ ਨਾ, ਪੋਇਮਸ ਨੇ ਉਹ ਰਿਦਮਿਕ ਤੇ ਹੈ ਜੀ ਨੇ, ਜੀ ਜੀ। ਲੇਕਿਨ ਉਹਦੇ 'ਚ ਕੁਝ ਐਸਾ ਹੁੰਦਾ ਕਿ ਲੈਟਸ ਸੇ ਇੱਕ ਅਗਰ ਮਤਲਬ ਮਿਸਰਾ ਉਹ 3 ਵਰਡਸ ਤੇ ਅਗਲਾ ਕੋਈ ਲੰਬੀ ਜਿਹੀ ਲਾਈਨ ਹੋਏਗੀ, ਉਹ ਆਜ਼ਾਦ ਨਜ਼ਮ ਦੀ ਜੀ। ਅਸੀਂ ਬਹਿਰ 'ਚ ਲਿਖਨੇ ਆ ਨਾ ਕਿ ਬਹਿਰ ਦਾ ਇੱਕ ਮੀਟਰ ਬਣਾ ਲਿਆ, ਵਜ਼ਨ ਹੈ ਫੇਲੁਨ 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 ਫੇਲੁਨ, ਹਾਂਜੀ ਠੀਕ ਹੈ ਨਾ ਜੀ। ਹਾਂਜੀ, ਉਹਨਾਂ ਦਾ ਵੀ ਇੱਕ ਮੀਟਰ ਹੈ, ਉਸ ਮੀਟਰ ਦੇ ਉੱਤੇ ਚੱਲਦੀ ਹੈ, ਔਰ ਆਖਰੀ ਉਹਨਾਂ ਦਾ ਕਾਫੀਆ ਰਲਦਾ ਹੈ ਉਹਦੇ ਨਾਲ, ਕਿਉਂਕਿ ਅਗਰ ਉਹ ਮੀਟਰ ਤੇ ਨਹੀਂ ਹੋਏਗੀ ਯਾਦ ਨਹੀਂ ਰਹੇਗੀ, ਉਹ ਆਊਟ ਹੋ ਜਾਏਗਾ। ਨਸਰੀ ਨਜ਼ਮ ਯਾਦ ਨਹੀਂ ਰਹਿੰਦੀ, ਨਸਰ ਯਾਦ ਨਹੀਂ ਰਹਿੰਦੀ, ਸ਼ਾਇਰੀ ਐਜ਼ ਇਟ ਇਜ਼ ਯਾਦ ਰਹਿੰਦੀ ਹੈ। ਮੀਟਰ ਤੇ ਇਸੇ ਲਈ ਹੁੰਦੀ ਹੈ ਨਾ ਜੀ। ਇਸੇ ਤਰ੍ਹਾਂ ਧੁਨ ਵੀ ਜਿਹੜੀ ਹੈ ਉਹਦੀ ਸ਼ਾਇਰੀ ਮੀਟਰ ਤੇ ਤੁਹਾਨੂੰ ਇਸੇ ਲਈ ਯਾਦ ਰਹਿੰਦੀ ਹੈ ਨਾ ਜੀ। ਸਹੀ। ਅੱਛਾ, ਇਵੇਂ ਕਿ ਉਹ ਪਾਣੀ ਪੀਤਾ ਕਰ, ਪਾਣੀ ਪੀਤਾ ਕਰ, ਪਾਗਲ ਥੀ ਵੈਸੇ ਇਹਦਾ ਯਾਦ ਨਾ ਕੀਤਾ ਕਰ। ਓ ਹੋ ਹੋ। ਦੌਰੇ ਹਾਜ਼ਰਤ ਵਿੱਚ ਗਜ਼ਲ ਦਾ ਸਭ ਤੋਂ ਵੱਡਾ ਸ਼ਾਇਰ ਜ਼ਫਰ ਇਕਬਾਲ ਸਾਹਿਬ, ਉਹਨਾਂ ਤੋਂ ਬਾਅਦ ਮੇਰਾ ਨਹੀਂ ਖਿਆਲ ਕਿ ਕੋਈ ਸਾਨੂੰ ਗਜ਼ਲ ਦਾ ਸ਼ਾਇਰ ਕੋਈ ਲੱਭੇਗਾ। ਨਹੀਂ, ਉਸ ਤੋਂ ਬਾਅਦ ਹੋ ਹੀ ਨਹੀਂ ਸਕਦਾ, ਕਿਉਂਕਿ ਜ਼ਫਰ ਸਾਹਿਬ ਦੀ ਜਿਹੜੀ ਡਿਕਸ਼ਨ ਹੈ ਉਹ ਡਿਕਸ਼ਨ ਹੁਣ ਪੋਸੀਬਲ ਹੀ ਨਹੀਂ। ਔਰ ਦੂਸਰਾ, ਉਹਨਾਂ ਨੇ ਜਿਹੜੇ ਬਿਹੂਰ 'ਚ ਬਹਿਰਾਂ 'ਚ ਜਿਹੜਾ ਤਜਰਬਾ ਕੀਤਾ ਉਹ ਵੀ ਮੁਮਕਿਨ ਨਹੀਂ। ਔਰ ਉਹਨਾਂ ਨੇ ਬਹਿਰਾਂ ਜਿਹੜੀਆਂ ਸਿਲੈਕਟ ਕੀਤੀਆਂ ਉਹ 'ਚ ਉਹਦੀ ਖੂਬਸੂਰਤੀ ਵੀ ਰਹਿੰਦੀ ਹੈ ਔਰ ਉਹਦਾ ਮਫਹੂਮ ਔਰ ਖਿਆਲ ਵੀ ਨਹੀਂ ਮਰਦਾ। ਬਹਰਹਾਲ ਉਹਨਾਂ ਦੀ ਇੱਕ ਮੈਂ ਮਜ਼ਾਮਤੀ ਸ਼ਾਇਰੀ ਦੇ 2 ਸ਼ੇਰ ਸੁਣਾ ਦੇਣਾ, ਜਿਹੜੀ ਜ਼ਿਆਉਲ ਹਕ ਦੇ। ਤੁਹਾਨੂੰ ਪਤਾ ਕਿ ਜ਼ਫਰ ਇਕਬਾਲ ਸਾਹਿਬ ਨੇ
ਇਲੈਕਸ਼ਨ ਵੀ ਲੜਿਆ ਸੀ जी जी ਪੀਪਲਸ ਪਾਰਟੀ ਹਾਂ ਇਹ ਜੀ, ਔਰ district ਉਸ ਤੋਂ ਤੋਂ ਬਾਅਦ ਲੜਿਆ। ਇਹਨਾਂ ਨੇ ਸੇਫਟੀ ਐਕਟ 'ਚ ਮੇਰਾ ਖਿਆਲ ਬੰਦ ਵੀ ਰਿਹਾ, ਕੈਦੋਬੰਦੀ हाँ ਸੀ। जी हाँ जी ज़ियाउल हक ने उन्होंने मुखातब करके किया सी कि बाकी सब पक्के कच्चे हैं, आप ही सबसे अच्छे हैं, ਆਹਾ हमसे भी नाराज़ हैं आप, हम तो आपके बच्चे हैं। ਵਾਹ 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 ਮਤਲਬ ਸਰ ਕੀ ਬਾਤ ਹੈ हाँ ज़फ़र साहब की शायरी च एक जड़ा तरन्नुम रिदम और अंदाज मिलता है वो किसी और शायरी च मिलता नहीं तो जी जी देखो ना, मैं वो सुनाना हूँ ना अक्सर कि ज़रूरी ज़ाबिते फौरी फ़राइज़ कीमती कदरें, ਵਾਹ मैं उसको देख कर सारा तमाशा भूल जाता हूँ। वाह, ये तो वाह, रिदम अंदाज देखो, हाँ ਵਾਹ 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 कहाँ तक जाएंगे दोनों, कहाँ से वापसी होगी, वो क्या क्या याद रखता है, मैं क्या क्या भूल बोल जाता जी, हूँ। वाह वाह बहुत अच्छे और एक जगह वो कह रहे हैं कि फजूल तूले मुलाकात पर न कर इसरार, हाँ कि चल चलाओ है और मुख्तसर ही मुमकिन है। क्या बात क्या बात ਵਾਹ ਅਫਤਾਬ ਸਾਹਿਬ ਅਕਸਰ ਸ਼ੇਰ ਪੜ੍ਹਦੇ ਨੇ ਨਾ ਜ਼ਫਰ ਸਾਹਿਬ ਦੇ ਵੀ, ਜਾਂ ਉਹਨਾਂ ਦਾ ਇੱਕ ਸਟਾਈਲ ਹੀ ਬੜਾ ਯੂਨੀਕ ਜੀ, ਹੈ। ਜੀ, ਅਫਤਾਬ ਸਾਹਿਬ ਦਾ ਨਾ ਬਹੁਤ ਖੂਬਸੂਰਤ ਤਰੀਕਾਕਾਰ ਹੈ ਸ਼ੇਰ ਪੜ੍ਹਨ ਦਾ, ਤੁਸੀਂ ਐਗਰੀ ਕਰੋਗੇ ਇਸ जी बिल्कुल बिल्कुल। ਤੇ ਜ਼ਫਰ ਇਕਬਾਲ ਸਾਹਿਬ ਨੂੰ ਕਦੀ ਮੈਂ ਲਾਈਵ ਨਹੀਂ ਸੁਣਿਆ, ਯਾਨੀ ਕਿ ਉਹਨਾਂ ਨੂੰ ਸ਼ੇਰ ਪੜ੍ਹਦੇ ਆ। ਤੁਸੀਂ ਅਗਰ ਸੁਣਿਆ ਜ਼ਫਰ ਸਾਹਿਬ ਨੂੰ ਤੇ ਸਰ ਕੀ ਫਰਕ ਹੈ ਦੋਵਾਂ ਪਿਓ ਪੁੱਤਰਾਂ ਦੇ ਵਿੱਚ? नहीं ये फ़र्क तो पहले मैं एक चीज़ बयान करांगा, जी मुशायरा है और मुशायरे च अहमद नदीम कासमी साहब भी ने, वाह तुफैल हुशियारपुरी साहब भी ने, कलीम उस्मानी साहब भी ने, और सारे शोहरत हामिल कतील शफाई साहब भी ने। जी जी अच्छा मुशायरे च कदी अंदाज़ा करना कि तरन्नम ना पढ़न वाला शायर एवं हिट हो जाता है, ਜੀ ਉਹ ਮਹਿਫਿਲ ਲੂਟ ਲਈ ਉਹਨੇ ਲੁੱਟ ਲਈ। ਅੱਛਾ ਉਹਦੇ ਚ ਮਤਲਬ ਦੋ ਬੰਦਿਆਂ ਨੂੰ ਮੈਂ ਮੁਸ਼ਾਇਰਾ ਲੁੱਟਦੇ ਦੇਖਿਆ ਔਰ ਹਕੀਕਤਨ ਲੁੱਟਦੇ, ਜਿਹੜਾ ਇੱਕ ਮੁਹਾਵਰਾ ਨਾ ਕਿ ਮੁਸ਼ਾਇਰਾ ਲੂਟ ਜੀ ਲਿਆ। ਜੀ ਲੂਟ ਲਿਆ। ਇੱਕ ਤੇ ਮੈਂ ਜ਼ਫਰ ਇਕਬਾਲ ਸਾਹਿਬ ਨੂੰ ਦੇਖਿਆ ਔਰ ਦੂਸਰਾ ਅਹਿਮਦ ਫਰਾਜ਼ ਨੂੰ ਦੇਖਿਆ, ਵਾਹ ਵਾਹ ਬਾਕੀਆਂ ਨੂੰ ਤੇ ਇਹਤਰਾਮਨ ਦਾਦ ਮਿਲਦੀ ਰਹੀ ਹੈ। ਹਾਂ ਇਹ ਕੀ ਬਾਤ ਹੈ ਸਰ, ਬਹੁਤ ਅੱਛੀ। ਸਵਾਲ ਮੇਰਾ ਐਸੀ ਕਿ ਅਫਤਾਬ ਸਾਹਿਬ ਦਾ ਤਰੀਕਾ ਪੜ੍ਹਨ ਦਾ ਤੇ ਜ਼ਫਰ ਸਾਹਿਬ ਦਾ ਕੀ ਫਰਕ ਕੀ ਸੀ, ਕੀ ਸਮਝਦੇ ਹੋ ਕਿ ਬਿਹਤਰ ਕੀ ਸੀ? ਨਹੀਂ ਇਹ ਤੇ ਬਾਰੇ ਚ ਮੈਂ ਕੁਝ ਨਹੀਂ ਕਹਿ ਸਕਦਾ ਕਿਉਂਕਿ ਸ਼ਾਇਰ ਦਾ ਪੜ੍ਹਨ ਦਾ ਆਪਣਾ ਇੱਕ ਅੰਦਾਜ਼ जी ਹੁੰਦਾ जी ਹੈ। ਆਫਤਾਬ ਚੂੰਕਿ ਮੌਸੀਕੀ ਨੂੰ ਸਮਝਦਾ ਹੈ, जी जी ਉਹਦੀ ਆਵਾਜ਼ ਚ ਰਿਦਮ ਹੈ, बिल्कुल एवें ਠੀਕ ਹੈ ਨਾ ਜੀ। ਸ਼ਾਇਰ ਤੇ ਆਪਣੇ ਹਿਸਾਬ ਨਾਲ ਪੜ੍ਹ ਰਿਹਾ ਹੁੰਦਾ, ਬਹਰਹਾਲ ਉਹਨਾਂ ਦਾ ਅੰਦਾਜ਼ ਬੜਾ ਖੂਬਸੂਰਤ ਸੀ, ਠੀਕ ਹੈ ਨਾ ਜੀ, ਔਰ ਉਹਨਾਂ ਦਾ ਕਲਾਮ ਬਹੁਤ ਖੂਬਸੂਰਤ ਸੀ। ਮੈਂ ਜ਼ਫਰ ਇਕਬਾਲ ਸਾਹਿਬ ਨੂੰ ਉਹਨਾਂ ਸ਼ਾਇਰਾਂ 'ਚ ਮੰਨਣਾ ਜਿਨ੍ਹਾਂ 'ਚ ਇੱਕ ਮਨੀਰ ਨਿਆਜ਼ੀ ਸਾਹਿਬ ਵੀ ਸਨ ਕਿ ਜਿਨ੍ਹਾਂ ਨੇ ਕਿਸੇ ਦਬਸਤਾਨ ਦਾ ਸਹਾਰਾ ਨਹੀਂ ਲਿਆ। ਤੁਹਾਨੂੰ ਪਤਾ ਅਦਬ ਦਾ ਵੀ ਮਾਫੀਆ ਰਿਹਾ, ਅਦਬ ਦੇ ਵੀ ਕਲਮੀ ਸ਼ੋਰੇ ਰਹੇ ਨੇ, बड़े ਠੀਕ ਹੈ ਜੀ। ਕੋਈ ਅਹਿਮਦ ਨਦੀਮ ਕਾਸਮੀ ਦੇ ਗਰੁੱਪ 'ਚ ਸੀ ਜੀ 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 ਤੇ ਕੋਈ ਡਾਕਟਰ ਵਜ਼ੀਰ ਆਗਾ ਦੇ ਗਰੁੱਪ ਸੀ। ਜ਼ਫਰ इकबाल और मनीर न्याजी कोई किसी भी ग्रुप च नहीं थी। बेशक। अहले जुबान कब मानते थे, बड़े जोरों से मनवाया ਬਣਵਾਇਆ ਗਿਆ। ਵਾਹ ਸਹੀ, ਵਾਹ ਸਹੀ। ਵਾਹ 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 ਸਰ ਇਹ ਤਾਂ ਅਸੀਂ ਜ਼ਿਕਰ ਕਰ ਰਹੇ ਨਾ ਆਪਣੇ ਪਾਕਿਸਤਾਨ ਦੇ ਸ਼ੋਰਾ ਕਰਾਮ, ਇੰਡੀਆ ਦੇ ਮਤਲਬ ਜ਼ਿਆਦਾ ਪੁਰਾਣੀ ਗੱਲ ਨਹੀਂ ਹੈ, ਤੁਸੀਂ ਲਾਈਕ ਪਾਸਟ 40-30 ਇਅਰਸ ਦੀ ਅਗਰ ਗੱਲ ਕਰ ਲਓ ਤੇ ਕਿਹੜੇ ਸ਼ੋਰਾ ਕਰਾਮ ਨੇ ਜਿਨ੍ਹਾਂ ਤੁਹਾਨੂੰ ਇੰਪ੍ਰੈਸ ਕੀਤਾ ਹੈ? मैनू मखदूम महिउद्दीन ने बहुत मुतासर किया, ਵਾਹ जिहदी एक गज़ल बहुत मशहूर भी है, उन्हें गाई है, दुनिया को समझ कर बैठे हैं अब दुनिया दुनिया कौन करे, ठीक है। बाद MN भी रहे, ਉਹ ਸਿਆਸਤ 'ਚ ਆ ਗਏ, MP ਹੋਏ ਉੱਥੇ ਮੈਂਬਰ ਪਾਰਲੀਮੈਂਟ, ਤੇ ਉਹਨਾਂ ਦੀ ਸ਼ਾਇਰੀ ਨੂੰ ਇੱਕ ਸਿਆਸੀ ਭੇੜੀਆ ਚੁੱਕ ਕੇ ਲੈ ਗਿਆ, ਵਰਨਾ ਉਹ ਬਹੁਤ ਨਾਜ਼ੁਕ ਖਿਆਲ ਸ਼ਾਇਰ ਸੀ, ਬਹੁਤ ਖੂਬਸੂਰਤ ਸ਼ਾਇਰ ਸੀ। ਆਹਾ इसरारुल हक मिजाज बड़ा खूबसूरत शायर सी। जान निसार अख्तर, जावेद अख्तर ਦਾ ਵਾਲਿਦ ਬੜਾ खूबसूरत शायर बिल्कुल ਸੀ। ਉਹਨਾਂ ਦੇ ਦੋ ਤਿੰਨ ਸ਼ੇਰ ਸੁਣਾਣਾ। ਇੱਕ ਤੇ ਉਹਨਾਂ ਦਾ ਗਾਣਾ ਬੜਾ ਮਸ਼ਹੂਰ ਹੈ, ਹਮ ਆਪਕੀ ਦੀਵਾਰ ਕੇ ਸਾਏ ਮੇਂ ਬੈਠੇ हैं। ਉਹਨਾਂ ਦੀ ਬੀਵੀ ਜੋ ਡੈਥ ਹੁੰਦੀ ਹੈ, ਸਫੀਆ ਉਹਨਾਂ ਦਾ ਨਾਮ ਸੀ, ਜਾਵੇਦ ਅਖਤਰ ਦੀ ਵਾਲਦਾ ਦੀ ਡੈਥ, सही ਔਰ ਕਾਫੀ ਦਿਨਾਂ ਤੋਂ ਕਈ ਸਾਲਾਂ ਤੋਂ ਅਲੱਗ ਸਨ। ਉਹਨਾਂ ਦੀ ਕਬਰ ਤੇ ਜਾ ਕੇ ਰੋਏ ਨੇ ਤੇ ਉਹਨਾਂ ਨੇ ਸ਼ਾਇਰੀ ਕੀਤੀ ਹੈ, ਇੱਕ ਨਜ਼ਮ ਕਹੀ ਹੈ, ਔਰ ਨਜ਼ਮ ਕਹਿ ਰਹੇ ਨੇ ਆਪਣੀ ਬੀਵੀ ਵੱਲੋਂ। ਆਹਾ ਜਦੋਂ ਕਬਰ ਤੇ ਗਏ ਨੇ ਕਈ ਸਾਲ ਬਾਅਦ, तो मर चुकी सी, तो वो कहती है कि आओ मैं तुमसे रूठ सी जाऊं, आओ मुझे तुम हाथों में उठा लो, वाह वाह मुझ में सचमुच जान नहीं, आहा आओ मुझे तुम हाथों में संभालो। सही देखो कितने थक से गए हो, कितनी थकन आंखों में घुली है, वाह आओ तुम्हारे वास्ते साथी अब भी मेरी आगोश खुली है। वाह 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 जबरदस्त ते इसरारुल हक मिजाज बहुत अच्छे शायर सन जी। राहत दोरी साहब ਰਾਹਤ ਤੰਦੋਰੀ ਸਾਹਿਬ ਵੀ ਸ਼ਾਇਰ ਸਨ, ਲੇਕਿਨ ਮਸਲਾ ਇਹ ਹੋ ਗਿਆ ਸੀ ਕਿ ਇੰਡੀਆ ਦੀ ਜਿਹੜੀ ਸ਼ਾਇਰੀ ਪਿਛਲੇ 10 ਸਾਲ ਤੋਂ ਹੋ ਰਹੀ ਹੈ, हाँ ਉਹ ਸ਼ਾਇਰੀ ਨਹੀਂ ਹੋ, ਉਹ ਨਾਲ ਸਟੈਂਡ ਅਪ ਕਾਮੇਡੀ ਵੀ ਕਰ ਰਹੇ ਹੁੰਦੇ ਨੇ, ਠੀਕ ਹੈ। ਔਰ ਉਹਨਾਂ ਦੀ ਸ਼ਾਇਰੀ ਅਗਰ ਇਲਮ ਅਰੂਜ਼ ਦੇ ਹਿਸਾਬ ਨਾਲ ਦੇਖੀਏ ਤੇ ਉਹ ਬੇਵਜ਼ਨ ਸ਼ਾਇਰੀ ਹੈ, सही ਠੀਕ ਹੈ। ਇੱਕ ਮਿਸਰਾ ਕਿਤੇ ਜਾ ਰਿਹਾ, ਜਲਾਲਪੁਰ ਜੱਟਾਂ ਜਾ ਰਿਹਾ, ਤੇ ਦੂਜਾ ਸਰਗੋਦੇ ਵਾਲੇ। ਲੇਕਿਨ ਇੰਡੀਆ ਦੇ ਜਿਹੜੇ ਸ਼ਾਇਰਾਂ 'ਚੋਂ ਖਾਸ ਤੌਰ 'ਤੇ ਹਿੰਦੂ ਸ਼ਾਇਰਾਂ 'ਚੋਂ ਇੱਕ ਬਹੁਤ ਵੱਡਾ ਸ਼ਾਇਰ ਹੋਇਆ ਜਿਹਦਾ ਮੈਂ ਬਹੁਤ ਬੜਾ ਫੈਨ ਹਾਂ, ਰਘੂ ਸਹਾਇਪਤੀ ਫਰਾਗ ਗੋਰਖਪੁਰੀ। राग गोरखपुर जी हाँ, हालांकि वो हिंदू सन, लेकिन जो उर्दू उन्होंने खूबसूरत लिखी है वो किसी ਨੂੰ ਨਸੀਬ ਇੰਡੀਆ 'ਚ ਮੁਸਲਮਾਨ ਨੂੰ ਵੀ ਨਹੀਂ ਹੋਈ। वाह 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 ਮੈਨੂੰ ਇੱਕ ਦੋਸਤ ਨੇ ਪੁੱਛਿਆ ਕਿ ਯਾਰ ਮੈਂ ਗਾਣਾ ਗਾ ਰਿਹਾ ਬਹੁਤ ਅਰਸੇ ਤੋਂ ਤੇ ਮੈਂ ਹਿੱਟ ਨਹੀਂ ਹੋ ਰਿਹਾ ਨਜ਼ਰ ਸਾਹਿਬ, ਅੱਛਾ ਜੀ। ਤੇ ਮੈਂ ਕੀ ਕਰਾਂ? ਮੈਂ ਕਿਹਾ ਤੂੰ ਬਣ ਜਾ ਸੂਫੀ ਸਿੰਗਰ। ਉਹਨੇ ਕਿਹਾ ਉਹਦੇ ਲਈ ਮੈਨੂੰ ਕਿਹਦੇ ਕੋਲ ਸਿੱਖਣਾ ਪਏਗਾ? ਮੈਂ ਕਿਹਾ ਕੁਛ ਨਹੀਂ,
ਜਿਹੜਾ ਮਰਜ਼ੀ ਕਲਾਮ ਫੜ, 5-6 ਮਨਕੇ ਪਾ, ਬਸ ਜੋ ਪੜੇ ਉਹਦੇ ਆਖਰ ਤੇ ਕਹਿੰਦੀ ਬੁੱਲਿਆ 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 ਉਹ ਹੇਠ ਲੈ ਵਾਹ ਵਾਹ, ਬਹੁਤ ਅੱਛੇ। ਬੜੇ ਬੜੀ ਸਾਹਿਬ ਗਲਤ ਤੁਸੀਂ ਮਸ਼ਵਰੇ ਸ਼ੇਰੋ ਸ਼ਾਇਰੀ ਬੜੀ ਸੁਣਾ ਰਹੇ ਹੋ, ਜੀ ਜੀ ਕੋਈ ਕਲਾਮ ਵੀ ਸੁਣਾਓ ਸਾਨੂੰ ਅੱਜ। ਹਾਂਜੀ ਹਾਂਜੀ ਬੇਸ਼ੱਕ, ਕਿਉਂ ਨਹੀਂ, ਹੱਕ ਬਣਦਾ ਜੀ, ਕਲਾਮ ਵੀ ਤੁਹਾਨੂੰ ਸੁਣਾਉਂਦੇ ਆ ਜੀ। کوئی نبی نہیں ہے میرے مصطفیٰ کے بعد، شیر خدا نہیں کوئی، کوئی مرتضیٰ کے بعد کوئی نبی نہیں ہے۔ جیسی پڑھی حسین نے تیروں کی چھاؤں میں، سبحان اللہ، جیسی پڑھی حسین نے تیروں کی چھاؤں میں، ایسی نماز پھر نہ ہوئی کربلا کے بعد، کوئی نبی نہیں۔ ماشاء اللہ سبحان اللہ سبحان اللہ سبحان اللہ، سبحان اللہ۔ ਤੇ ਬਾਬਰ ਅਬਾਸ ਸਾਹਿਬ ਤੁਸੀਂ ਵੀ ਕਹਿ ਰਹੇ ਹੋਗੇ ਤੁਸੀਂ ਕਲਾਮ ਸੁਣਾਉਣਾ। ਜੀ ਕਲਾਮ, ਚੂँਕਿ ਬਿਲਕੁਲ ਬਾਬਰ ਅਬਾਸ ਨੂੰ ਵੀ ਮੌਕਾ ਦੇਣਾ ਚਾਹੀਦਾ ਹੈ, ਸਾਈਆਂ ਦਾ ਜ਼ਿਕਰ ਹੈ, ਜੀ ਜੀ ਕਿਉਂਕਿ ਇਹ ਅਯਾਮ ਹੀ ਐਸੇ ਚੱਲ ਰਹੇ ਨੇ, ਵਿੱਚ ਗੁਫ਼ਤਗੂ ਤੇ ਜ਼ਾਹਿਰੀ ਗੱਲ ਹੈ ਫਿਰ ਚੱਲ ਹੀ ਰਹੀ ਹੈ, ਤੇ ਇਸ ਅਯਾਮ ਦੇ ਮੁਤਾਬਕ ਬਾਬਰ ਅਬਾਸ ਸਾਹਿਬ ਸੁਣਾਓ۔ ایسا بادشاہ حسین ہے یا حسین ہے، ایسا بادشاہ حسین ہے، یہ بات کس قدر ہنسی، یہ بات کس قدر ہنسی جو کہہ گئے معین الدین کہ دین کی پناہ حسین ہے یا حسین ہے، ایسا بادشاہ حسین ہے۔ چھپا ہوا خزانہ تھا میرا کسی کو بھی پتہ نہ تھا، نایات 5 ظہور میں تو میں کسی کا بھی خدا نہ تھا، یہ میری کل خدائی ہے جس کے روبرو بنی وہ 5واں گواہ حسین ہے یا حسین ہے، ایسا بادشاہ حسین ہے۔ یہ بات کس قدر ہنسی، یہ بات کس قدر ہنسی جو کہہ گئے معین الدین کہ دین کی پناہ حسین ہے یا حسین ہے، ایسا بادشاہ حسین ہے۔ ماشاء